ਨਵਜੋਤ ਸਿੰਘ ਸਿੱਧੂ ਲਈ ਚਿੰਤਾ ਬਣ ਗਈ ਸੀ, ਇਸੇ ਕਰਕੇ ਅਹੁਦਾ ਛੱਡ ਦਿੱਤਾ ਜਾਂ ਫਿਰ ਆਪਣਾ ਨੈਤਿਕ ਫਰਜ਼ ਸਮਝ ਲਓ? ਪ੍ਰੋਬਲਮ ਕ੍ਰੀਏਟ ਕੀਤੀ ਗਈ ਆ। ਜਿਹੜੀਆਂ ਮੈਂ ਟਿੱਪਣੀਆਂ ਕੀਤੀਆਂ ਨੇ ਉਹ ਨਾ ਨਵੀਆਂ ਨੇ ਨਾ ਪਹਿਲੀ ਵਾਰ ਕੀਤੀਆਂ ਨੇ। ਕਸ਼ਮੀਰ ਕਸ਼ਮੀਰੀਆਂ ਦਾ ਨਹੀਂ, ਪੰਜਾਬ ਪੰਜਾਬੀਆਂ ਦਾ ਨਹੀਂ, ਬੰਗਾਲ ਬੰਗਾਲੀਆਂ ਦਾ ਨਹੀਂ, ਹੈ ਜੀ, ਮਰਾਠਾ ਮਰਾਠਿਆਂ ਦਾ ਨਹੀਂ, ਕਰਨਾਟਕ ਕੰਨੜਾਂ ਦਾ ਨਹੀਂ। ਤੇ ਫਿਰ ਤੁਹਾਡੀ ਭਾਰਤੀ ਕੋਕੋ ਰਹਿੰਦੀ ਕਿੱਥੇ ਆ? ਨਵਜੋਤ ਸਿੰਘ ਸਿੱਧੂ ਨੂੰ ਜਾਤੀ ਤੌਰ ਤੇ ਕੋਈ ਫਰਕ ਨਹੀਂ, ਉਹਦੇ ਕੋਲੇ ਨੈਤਿਕ ਸ਼ਕਤੀ ਹੈ। ਉਹਦੇ ਮੂਹਰੇ ਬੌਣੇ ਨੇ, ਲਟੇਰੇ ਨੇ, ਡਾਕੂ ਨੇ, ਝੂਠੇ ਨੇ, ਫਰੇਬੀ ਨੇ। ਤੁਸੀਂ ਪੰਜਾਬ ਦੇ ਬਰਤਾਂਤ ਨੂੰ ਭਟਕਾ ਕੇ ਏਕਤਾ ਅਖੰਡਤਾ ਦੇ ਬਰਤਾਂਤ 'ਚ ਲਿਆਉਣਾ ਚਾਹੁੰਦੇ ਹੋ, ਜਿਹਦੇ ਨਾਲ ਇਹਨੂੰ ਨੁਕਸਾਨ ਹੁੰਦਾ ਸੀ। ਉਹ ਮੇਰੇ ਮੋਢੇ ਤੇ ਰੱਖ ਕੇ ਚਲਾਈ ਜਾ ਰਹੀ ਸੀ ਤੇ ਮੈਂ ਮੋਢਾ ਪਰਾਂ ਕਰ ਲਿਆ। ਇੰਨੀ ਕੀ ਗੱਲ ਆ, ਹੋਰ ਤਾਂ ਬੜੀ ਵੱਡੀ ਗੱਲ ਹੈ ਜੀ। ਜਾਣੀ ਕਿ ਸਿੱਧੇ ਤੌਰ ਤੇ ਤੁਸੀਂ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਮੁੱਦਿਆਂ ਦੀ ਸਿਆਸਤ ਲਿਆਉਣਾ ਚਾਹੁੰਦੇ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਾ ਚਾਹੁੰਦੇ, ਉਹ ਤੋਂ ਭਟਕਾਉਣ ਦੀ ਕੋਸ਼ਿਸ਼। ਤੁਸੀਂ ਕੈਪਟਨ ਨੂੰ ਕਹੋ ਵੀ ਇਹ ਦੇਸ਼ ਧਰੋ ਵਾਲੇ ਵਿਚਾਰ ਨੇ ਤੇ ਕੇਸ ਦਰਜ ਕਰੋ। ਤੁਸੀਂ ਅਮਿਤ ਸ਼ਾਹ ਨੂੰ ਕਹੋ, ਤੁਸੀਂ ਸਿੱਧੂ ਨੂੰ ਕਿਉਂ ਕਹਿੰਦੇ ਹਟਾਓ? ਕੀ ਸਿੱਧੂ ਦੇ ਹਟਾਉਣ ਨਾਲ ਮੇਰੇ ਵਿਚਾਰ ਫਿਰ ਗੰਗਾ ਨਾ ਆਉਣਗੇ? ਜਦੋਂ ਇਦਾਂ ਦੀ ਕੋਸ਼ਿਸ਼ ਹੁੰਦੀ ਹੈ, ਇੱਕ ਪਾਸੇ ਬੰਦਾ ਸਿਆਸਤ ਨੂੰ ਸਹੀ ਲੀਹੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤੇ ਦੂਜੇ ਪਾਸੇ ਉੱਤੇ ਇਦਾਂ ਦੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਹੋਵੇ ਵੀ ਇਹ ਤਾਂ ਦੇਸ਼ ਦੇ ਵਿੱਚ ਅਸਥਿਰਤਾ ਪੈਦਾ ਕਰਨ ਦੀ ਗੱਲ ਕਰ ਰਿਹਾ, ਦੇਸ਼ ਦੇ ਵਿੱਚ ਲੋਕਾਂ ਨੂੰ ਭੜਕਾਉਣ ਦੀ ਗੱਲ ਕਰ ਰਿਹਾ, ਜਦੋਂ ਇਦਾਂ ਦੇ ਇਲਜ਼ਾਮ ਲੱਗਦੇ ਨੇ, ਇਹਨਾਂ ਨੂੰ ਤੁਸੀਂ ਕਿਵੇਂ? ਹੁਣ ਤੱਕ ਕਹਿੰਦੇ ਰਿਹਾ ਸਾਰੇ ਫੁੱਲਾਂ ਦਾ ਗੁਲਦਸਤਾ, ਅੱਡ ਅੱਡ ਰੰਗ ਨੇ, ਜਿੰਨੇ ਖਿੜਨਗੇ ਉਹਨਾਂ ਭਾਰਤ ਮਜ਼ਬੂਤ ਹੋਊ। ਤੇ ਅੱਜ ਅਸੀਂ ਉਹਦੀ ਭਗਵੀਂ ਚਟਣੀ ਬਣਾਉਣ ਤੇ ਤੁਰੇ ਹੋਏ ਆ। ਮਾਲੀ ਸਾਹਿਬ, ਜਿਸ ਤਰੀਕੇ ਨਾਲ ਇਸ ਵੇਲੇ ਪੰਜਾਬ ਦਾ ਮਾਹੌਲ ਸਿਰਜਿਆ ਜਾ ਰਿਹਾ, ਤੁਸੀਂ ਹੁਣ ਅਸਤੀਫਾ ਦਿੱਤਾ ਪਰ ਨਾਲ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਨਾਮ ਵੀ ਲਿਖਦੇ ਵੀ ਮੇਰੇ ਤੇ ਕੋਈ ਕੱਲ੍ਹ ਨੂੰ ਅਟੈਕ ਹੁੰਦਾ ਜਾਂ ਕੋਈ ਮੇਰੀ ਜਾਨ ਨੂੰ ਨੁਕਸਾਨ ਹੁੰਦਾ, ਤਾਂ ਉਹ ਆਗੂਆਂ ਦੇ ਨਾਮ ਵੀ ਲਿਖਦੇ। ਕਿਹਨਾਂ ਤੋਂ ਜਾਨ ਦਾ ਖਤਰਾ ਪਿਆ? ਖਤਰਾ ਉਹ ਬੰਦਿਆਂ ਦਾ ਨਾਂ ਲਿਆ ਜਿਨ੍ਹਾਂ ਨੇ ਮੈਨੂੰ ਕਿਹਾ ਦੇਸ਼ ਦਾ ਦੁਸ਼ਮਣ ਆ, ਏਕਤਾ ਅਖੰਡਤਾ ਦਾ ਦੁਸ਼ਮਣ ਆ, ਫੌਜੀ ਜਾਨਾਂ ਵਾਰ ਰਹੇ ਨੇ, ਉਹਨਾਂ ਨਾਲ ਗਦਾਰੀ ਆ। ਮਜੀਠੀਆ ਕਹਿੰਦਾ ਸਾਡੇ ਫੌਜੀਆਂ ਦੇ ਲਹੂ ਦਾ ਅਪਮਾਨ ਕਰਤਾ। ਇਹ ਤੇ ਅਸਤੀਫੇ ਨਾਲ ਨਹੀਂ ਕੰਮ ਚੱਲਣਾ, ਇਹ ਤਾਂ ਦੇਸ਼ ਧਰੋ ਦਾ ਕੇਸ ਦਰਜ ਕਰੋ। ਇਹਨਾਂ ਨੂੰ ਨਾ ਦੇਸ਼ ਧਰੋ ਦਾ ਪਤਾ, ਨਾ ਇਸ ਅਕਾਲੀ ਸਿਆਸਤ ਜੰਮੇ ਨੇ, ਨਾ ਇਹਨੂੰ ਤਾਂ ਪੰਜਾਬੀ 'ਚ ਦਸਤਖਤ ਕਰਨੇ ਹੁਣ ਮਸਾ ਆਏ ਨੇ ਪੂਰੇ। ਹੁਣ ਵੀ ਦੇਖ ਲਓ ਬਿਕਰਮ ਸਿੰਘ ਮਜੀਠੀਆ ਪੂਰਾ ਪੰਜਾਬੀ 'ਚ ਨਹੀਂ ਲਿਖ ਸਕਦਾ। ਇਹ ਸਾਨੂੰ ਮੱਤ ਦਿੰਦਾ ਪੰਜਾਬ ਦੇ ਇਤਿਹਾਸ ਦੀ, ਦੇਸ਼ ਦੇ ਇਤਿਹਾਸ ਦੀ। ਕਿ ਹਰੀਸ਼ ਰਾਵਤ ਨੂੰ ਕਿਉਂ ਇੰਨੇ ਖਟਕ ਰਹੇ ਨੇ ਸਲਾਹਕਾਰ ਜਿਹੜੇ ਸੀਗੇ, ਜਾਂ ਉਹਨਾਂ ਨੇ ਸਿੱਧੇ ਤੌਰ ਤੇ ਇਦਾਂ ਦਾ ਬਿਆਨ ਦੇ ਦਿੱਤਾ ਕਿ ਜਾਂ ਤਾਂ ਨਵਜੋਤ ਸਿੰਘ ਸਿੱਧੂ ਆਪ ਹਟਾ ਲਵੇ ਜਾਂ ਫਿਰ ਅਸੀਂ? ਗਰਗ ਸਾਹਿਬ ਨੇ ਜਵਾਬ ਦੇ ਦਿੱਤਾ, ਤੂੰ ਕੌਣ ਹੁੰਨਾ? ਤੂੰ ਮੈਨੂੰ ਅਹੁਦਾ ਕਿਹੜਾ ਦਿੱਤਾ? ਸਾਨੂੰ ਅਸੀਂ ਕਿਹੜਾ ਅਹੁਦਾ ਜੁਆਇਨ ਕੀਤਾ? ਕੀ ਉਹਦੀ ਅਲਟਰਨੇਟਿਵ ਸੀ? ਜਵਾਬ ਦੇ। ਤੇ ਚੁੱਪ ਕਰ ਗਿਆ। ਫੈਡਰਲਿਜ਼ਮ ਤੇ ਜਮਹੂਰੀਅਤ, ਪੰਜਾਬ 'ਚ ਦੋ ਸਕੀਆਂ ਭੈਣਾਂ ਨੇ, ਇੱਕ ਦਾ ਸਾਹ ਘੁੱਟੋਗੇ ਦੂਜੀ ਦਾ ਘੁੱਟਿਆ ਜਾਊ। 70 ਸਾਲਾਂ 'ਚ ਇਹਨਾਂ ਨੇ ਫੈਡਰਲਿਜ਼ਮ ਦਾ ਪੱਟੀ ਮੇਜ਼ ਕੀਤੀ ਆ। ਖੇਤਰੀ ਪਾਰਟੀ ਤਾਂ ਇੱਕੋ ਹੀ ਰਹਿ ਗਈ ਅਕਾਲੀ ਦਲ, ਫਿਰ ਉਹ ਇਦਾਂ ਮੰਨ ਲਈ ਕਿ ਇੱਕ ਜਿਹੜੇ ਵਿਕਲਪ ਦੀ ਖੋਜ ਹੋ ਰਹੀ ਹੈ, ਵਿਕਲਪ ਹੈ ਹੀ ਨਹੀਂ ਪੰਜਾਬ ਦੇ। ਜਦੋਂ ਕੁੱਤੀ ਚੋਰ ਨਾਲ ਰਲ ਜੇ ਨਾ, ਉਹ ਸਭ ਤੋਂ ਵੱਧ ਖਤਰਨਾਕ ਹੁੰਦੀ ਆ। ਇਹ ਕਹਿੰਦੇ ਆ ਖੇਤਰੀ ਪਾਰਟੀ, ਇਹ ਤਾਂ ਰਾਸ਼ਟਰਵਾਦੀ ਪਾਰਟੀਆਂ ਦੇ ਵੀ ਪਿਓ ਬਣੇ ਹੋਏ ਨੇ। ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨਾਲ ਕੋਈ ਗੱਲਬਾਤ ਹੋਈ? ਉਸ ਤੋਂ ਬਾਅਦ ਰਾਬਤਾ ਹੋਇਆ? ਇਹ ਜ਼ਰੂਰੀ ਹੈ ਜਵਾਬ ਦੇਣਾ? ਬਾਈ ਜੀ, ਮੈਂ ਤਾਂ ਹੁਣ ਲੋਕਾਂ ਤੇ ਖੜ ਕੇ ਸਲਾਹ ਦਊਂ ਸਿੱਧੂ ਸਾਹਿਬ ਨੂੰ ਆਹ ਕਰਨਾ ਚਾਹੀਦਾ, ਆਹ ਕਰਨਾ ਚਾਹੀਦਾ। ਉਦੋਂ ਇਕੱਲਾ ਮਾਲੀ ਸੀ, ਹੋ ਸਕਦਾ 100 ਬੰਦਾ ਹੋਰ ਕਹੇ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ, ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪਿਛਲੇ ਦਿਨਾਂ ਦੇ ਵਿੱਚ ਇੱਕ ਵਿਅਕਤੀ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਹੋਈਆਂ ਕਿ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਸਲਾਹਕਾਰ ਗਏ ਨੇ ਜਾਂ ਲਾਏ ਗਏ ਨੇ, ਉਹ ਬੜੀਆਂ ਵਿਵਾਦਿਤ ਟਿੱਪਣੀਆਂ ਕਰ ਰਹੇ ਨੇ। ਇਸੇ ਕਰਕੇ ਬਹੁਤ ਸਾਰੀਆਂ ਟਿੱਪਣੀਆਂ ਦਾ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ ਅਸਤੀਫਾ ਵੀ ਦਿੱਤਾ ਤੇ ਅੱਜ ਸਿੱਧੇ ਤੌਰ ਤੇ ਗੱਲਬਾਤ ਕਰਨ ਦੇ ਲਈ ਅਸੀਂ ਉਹਨਾਂ ਦੇ ਕੋਲ ਪਹੁੰਚੇ ਹਾਂ। ਮਾਲਵਿੰਦਰ ਮਾਲੀ ਸਾਡੇ ਨਾਲ। ਮਾਲੀ ਸਾਹਿਬ, ਨਵਜੋਤ ਸਿੰਘ ਸਿੱਧੂ ਲਈ ਚਿੰਤਾ ਬਣ ਗਈ ਸੀ, ਇਸੇ ਕਰਕੇ ਅਹੁਦਾ ਛੱਡ ਦਿੱਤਾ ਜਾਂ ਫਿਰ ਆਪਣਾ ਨੈਤਿਕ ਫਰਜ਼ ਸਮਝ ਲਿਆ ਤੁਸੀਂ? ਨਹੀਂ, ਨੈਤਿਕ ਫਰਜ਼ ਦੀ ਮੈਂ ਕਦੇ ਉਲੰਘਣਾ ਨਹੀਂ ਕੀਤੀ, ਕੋਈ ਸਮੱਸਿਆ ਨਹੀਂ ਹੈ। ਅਸਲ 'ਚ ਪ੍ਰੋਬਲਮ ਹੈ ਨਹੀਂ ਸੀ, ਪ੍ਰੋਬਲਮ ਕ੍ਰੀਏਟ ਕੀਤੀ ਗਈ ਆ। ਜਿਹੜੀਆਂ ਮੈਂ ਟਿੱਪਣੀਆਂ ਕੀਤੀਆਂ ਨੇ ਉਹ ਨਾ ਨਵੀਆਂ ਨੇ ਨਾ ਪਹਿਲੀ ਵਾਰ ਕੀਤੀਆਂ ਨੇ। ਤੁਸੀਂ ਦੇਖੋ ਕਸ਼ਮੀਰ ਦੇ ਸਾਰੇ ਆਗੂ ਉਹੀ ਪੋਜੀਸ਼ਨ ਲੈ ਰਹੇ ਨੇ ਨਾ, ਸਾਡਾ ਕਸ਼ਮੀਰ ਦਾ ਰੁਤਬਾ ਬਹਾਲ ਕਰੋ, 370 ਤੇ 35 ਲਾਗੂ ਕਰੋ। ਸੁਪਰੀਮ ਕੋਰਟ 'ਚ ਪਟੀਸ਼ਨ ਹੈ ਇੱਕ ਵੀ ਇਹ ਫੈਸਲਾ ਜਿਹੜਾ ਲੋਕ ਸਭਾ ਨੇ ਕੀਤਾ ਇਹ ਸੰਵਿਧਾਨ ਦੀ ਉਲੰਘਣਾ ਕਰਕੇ ਕੀਤਾ ਗਿਆ। ਤੇ ਉਹੀ ਗੱਲ ਮੈਂ ਕਹੀ ਸੀ, ਗੱਲ ਤਾਂ ਉਹੀ ਹੈ ਨਾ, ਜਿਵੇਂ ਕਹਿੰਦੇ ਗਰੀਬ ਦੀ ਕੁੜੀ ਦਾ ਹੁਸਨ ਆ ਜਿਹੜਾ ਉਹਦਾ ਵੈਰੀ ਬਣ ਜਾਂਦਾ। ਮੇਰੇ ਵਿਚਾਰ ਕਿਉਂਕਿ ਸਿੱਧੂ ਨਾਲ ਜੁੜਦੇ ਸੀ। ਕਾਂਗਰਸ ਪਾਰਟੀ ਦੀ ਉਹ ਤੋਂ ਪੋਜੀਸ਼ਨ ਵੱਖਰੀ ਆ, ਮੇਰੀ ਪੋਜੀਸ਼ਨ ਤੋਂ ਵੱਖਰੀ ਆ। ਕਾਂਗਰਸ ਪਾਰਟੀ ਦੀ ਤਾਂ ਚਲੋ ਸਮਝ ਆਉਂਦੀ ਆ। ਹੁਣ ਤਾਂ ਆਨੰਦਪੁਰ ਮਤੇ ਵਾਲੇ ਨੇ ਜਿਹੜੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ, ਉਹ ਵੀ ਮੋਦੀ ਦੇ ਗਾਹਾਂ ਸਭ ਤੋਂ ਵੱਡੇ ਧੁੱਤੂ ਬੜੇ ਹੋਏ ਨੇ। ਸੋ ਇਸ ਕਰਕੇ ਉਹਨਾਂ ਨੇ ਪਹਿਲਾਂ ਸਿੱਧੂ ਨੂੰ ਫਾਉਣ ਦੀ ਕੋਸ਼ਿਸ਼ ਕੀਤੀ ਕੈਪਟਨ ਦੀ ਕਾਰਗੁਜ਼ਾਰੀ ਨੂੰ ਲੈ ਕੇ, ਵੀ ਬਣ ਗਈ ਸਰਕਾਰ ਤੇਰੀ ਆ, 6 ਮਹੀਨੇ ਪਏ ਨੇ, ਕਰਕੇ ਦਿਖਾ ਦੇ ਜਿਹੜਾ ਸਾਰਾ ਕੁਝ ਤੂੰ ਕਹਿਣਾ। ਉਹਦੇ ਕੋਲੇ ਜਥੇਬੰਦੀ ਆਈ ਸੀ, ਸਰਕਾਰ ਥੋੜ੍ਹਾ ਆਈ ਸੀ, ਉਹ 'ਚੋਂ ਨਿਕਲ ਗਿਆ। ਉਸ ਤੋਂ ਬਾਅਦ
ਸਲਾਹਕਾਰ ਫੜ ਲਏ, ਸਪਸ਼ਟੀਕਰਨ ਦਿੱਤਾ। ਪਹਿਲੀ ਗੱਲ ਤਾਂ ਉਹ ਕਸ਼ਮੀਰੀਆਂ ਦਾ ਕਿਹਾ, ਇਹ ਕੀ ਗੁਨਾਹ ਜੀ? ਮੈਂ ਤਾਂ 40 ਸਾਲ ਤੋਂ ਕਹਿਣਾ ਪੰਜਾਬ ਪੰਜਾਬੀ ਲੋਕਾਂ ਦਾ ਨਹੀਂ, ਦਿੱਲੀ ਦੀਆਂ ਜੋਕਾਂ ਦਾ। ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਤੂੰ ਗਲਤ ਕਹਿਣਾ ਉਦੋਂ ਤੱਕ। ਕਸ਼ਮੀਰ ਕਸ਼ਮੀਰੀਆਂ ਦਾ ਨਹੀਂ, ਪੰਜਾਬ ਪੰਜਾਬੀਆਂ ਦਾ ਨਹੀਂ, ਬੰਗਾਲ ਬੰਗਾਲੀਆਂ ਦਾ ਨਹੀਂ, ਹੈ ਜੀ, ਮਰਾਠਾ ਮਰਾਠਿਆਂ ਦਾ ਨਹੀਂ, ਕਰਨਾਟਕ ਕੰਨੜਾਂ ਦਾ ਨਹੀਂ। ਤੇ ਫਿਰ ਤੁਹਾਡੀ ਭਾਰਤੀ ਕੋਕੋ ਰਹਿੰਦੀ ਕਿੱਥੇ ਆ? ਜੇ ਲੋਕ ਹੀ ਨਹੀਂ ਹੈਗੇ ਤੁਹਾਡੇ, ਉਹ ਲੋਕਾਂ ਦਾ ਆਪਣੇ ਥਾਂ ਤੇ ਹੱਕ ਨਹੀਂ, ਤਾਂ ਉਹ ਕੌਣ ਨੇ ਜਿਨ੍ਹਾਂ ਦਾ ਹੱਕ ਆ? ਸੋ ਫਿਰ ਮਿੱਥ ਕੇ ਸਕੀਮ ਬਣਾਈ ਗਈ ਵੀ ਨਵਜੋਤ ਸਿੰਘ ਸਿੱਧੂ ਜਿਹੜਾ ਸਿਆਸਤ 'ਚ ਲੀਹਾ ਪਾੜ ਰਿਹਾ, ਨਵੀਂ ਗੱਲ ਲੈ ਕੇ ਆ ਰਿਹਾ, ਮੁੱਦਿਆਂ ਦੀ ਸਿਆਸਤ, ਫਿਰ ਜਵਾਬਦੇਹੀ ਦੀ ਸਿਆਸਤ, ਫਿਰ ਲੁੱਟ ਖਸੁੱਟ ਨੂੰ ਰੋਕਣ ਦੀ, ਖਜ਼ਾਨੇ ਨੂੰ ਜਿਹੜਾ ਖਾਲ ਜਨਤਾ ਉਹ 'ਚ ਜਿਹੜੀਆਂ ਘਰਲਾਂ ਪੈ ਰਹੀਆਂ ਨੇ ਉਹਨਾਂ ਨੂੰ ਬੰਦ ਕਰਨ ਦੀ ਸਿਆਸਤ, ਇਹਨੂੰ ਤਲਕਾਓ। ਏਕਤਾ ਅਖੰਡਤਾ ਦੀ ਗੱਲ ਸਾਹਮਣੇ ਲਿਆਓ, ਕਸ਼ਮੀਰ ਦੀ ਗੱਲ ਸਾਹਮਣੇ ਲਿਆਓ, ਅਫਗਾਨ ਦੀ ਸਾਹਮਣੇ ਲਿਆਓ। ਇਹ ਜਿਹੜੇ ਸਲਾਹਕਾਰ ਦੂਜੇ ਪਾਸੇ ਵੀ ਸਲਾਹਕਾਰ ਨੇ ਜਿਹੜੇ ਰਵੀਨ ਠੁਕਰਾਲ ਜੀ, ਇਹ ਉਹਨਾਂ ਦੀ ਕਿਰਪਾ ਹੋਈ ਆ ਵੀ ਇੱਥੋਂ ਇਹਨੂੰ ਫਸਾਇਆ ਜਾ ਸਕਦਾ, ਇੱਥੇ ਹਾਈ ਕਮਾਂਡ ਨੂੰ ਐ ਕੀਤਾ ਜਾ ਸਕਦਾ। ਉਹ ਸਾਰਾ ਪ੍ਰਚਾਰਤੰਤਰ ਇਹ ਸੀ। ਮੈਂ ਜਵਾਬ ਦਿੱਤਾ, ਉਦੋਂ ਪਹਿਲਾਂ ਜਵਾਬ ਦਿੱਤਾ, ਮੇਰੇ ਨਿੱਜੀ ਵਿਚਾਰ ਨੇ। ਹਰੀਸ਼ ਰਾਵਤ ਨੇ ਵੀ ਕਹਤਾ ਉਹ ਤਾਂ ਮਾਮਲਾ ਸਮਾਪਤ ਹੋ ਗਿਆ, ਨਿੱਜੀ ਵਿਚਾਰ ਨੇ। ਆ ਮਨੀਸ਼ ਤਿਵਾੜੀ ਉਰੀ, ਵਿਜੇ ਸਿੰਗਲੇ ਉਰੀ ਜਦੋਂ ਇਹ ਪਿੱਛੇ ਪਏ, ਮੈਂ ਆਖਿਆ ਮੇਰੇ ਕਰਕੇ ਨਵਜੋਤ ਸਿੰਘ ਸਿੱਧੂ ਦੇ ਏਜੰਡੇ ਨੂੰ ਢਾਹ ਨਾ ਲੱਗੇ। ਨਵਜੋਤ ਸਿੰਘ ਸਿੱਧੂ ਨੂੰ ਜਾਤੀ ਤੌਰ ਤੇ ਕੋਈ ਫਰਕ ਨਹੀਂ, ਉਹਦੇ ਕੋਲੇ ਨੈਤਿਕ ਸ਼ਕਤੀ ਆ, ਉਹਦੇ ਮੂਹਰੇ ਬੌਣੇ ਨੇ, ਲਟੇਰੇ ਨੇ, ਡਾਕੂ ਨੇ, ਝੂਠੇ ਨੇ, ਫਰੇਬੀ ਨੇ। ਉਹ ਪੋਜੀਸ਼ਨ ਜਿਹੜੀ ਲੈਂਦਾ ਉਹ ਤੇ ਅੜਦਾ ਤੇ ਲੜਦਾ। ਮਾਲੀ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਕਹਿੰਦੇ ਕਿ ਮੁੱਦਾ ਹੈ ਨਹੀਂ ਸੀ, ਬਣਾ ਦਿੱਤਾ ਗਿਆ, ਫਿਰ ਉਸ ਮੁੱਦੇ 'ਚ ਤੁਸੀਂ ਘਿਰ ਗਏ, ਇਸਦਾ ਮਤਲਬ ਫਸ ਗਏ, ਫਿਰ ਇਸੇ ਕਰਕੇ ਅਸਤੀਫਾ ਦਿੱਤਾ। ਯਾਰ ਫਸਿਆ ਤਾਂ ਮੈਂ ਉਦੋਂ ਨਹੀਂ ਜਦੋਂ ਮੇਰੇ ਤੇ NSA ਲੱਗਿਆ, ਫਸਿਆ ਤਾਂ ਮੈਂ ਉਦੋਂ ਨਹੀਂ ਜਦੋਂ ਮੈਨੂੰ ਲੱਡਾ ਕੋਠੀ ਗੈਰ ਕਾਨੂੰਨੀ ਹਰਾ। ਫਸਣ ਦੀ ਗੱਲ ਨਹੀਂ, ਤੁਸੀਂ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਪੰਜਾਬ ਦਾ ਵਰਤਾਂਤ, ਤੁਸੀਂ ਪੰਜਾਬ ਦੇ ਵਰਤਾਂਤ ਨੂੰ ਭਟਕਾ ਕੇ ਏਕਤਾ ਅਖੰਡਤਾ ਦੇ ਵਰਤਾਂਤ 'ਚ ਲਿਆਉਣਾ ਚਾਹੁੰਦੇ ਹੋ, ਜਿਹਦੇ ਨਾਲ ਇਹਨੂੰ ਨੁਕਸਾਨ ਹੁੰਦਾ ਸੀ। ਉਹ ਮੇਰੇ ਮੋਢੇ ਤੇ ਰੱਖ ਕੇ ਚਲਾਈ ਜਾ ਰਹੀ ਸੀ ਤੇ ਉਹ ਮੈਂ ਮੋਢਾ ਪਰਾਂ ਕਰ ਲਿਆ, ਇੰਨੀ ਕੁ ਗੱਲ ਆ, ਹੋਰ ਤਾਂ ਕੋਈ ਬੜੀ ਵੱਡੀ ਗੱਲ ਹੀ ਨਹੀਂ। ਜਾਣੀ ਕਿ ਸਿੱਧੇ ਤੌਰ ਤੇ ਤੁਸੀਂ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਮੁੱਦਿਆਂ ਦੀ ਸਿਆਸਤ ਲਿਆਉਣਾ ਚਾਹੁੰਦੇ, ਪੰਜਾਬ ਦੇ ਵਿੱਚ ਮੁੱਦਿਆਂ ਦੀ ਗੱਲ ਕਰਨਾ ਚਾਹੁੰਦੇ, ਉਹ ਤੋਂ ਭਟਕਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਤੁਸੀਂ ਮੈਨੂੰ ਇਹ ਦੱਸੋ ਜੀ, ਮੇਰੇ ਵਿਚਾਰ ਗਲਤ ਨੇ, ਮੰਨ ਲਓ ਗਲਤ ਨੇ, ਤੁਸੀਂ ਕੈਪਟਨ ਨੂੰ ਕਹੋ ਵੀ ਇਹ ਦੇਸ਼ ਧਰੋ ਵਾਲੇ ਵਿਚਾਰ ਨੇ ਤੇ ਕੇਸ ਦਰਜ ਕਰੋ। ਤੁਸੀਂ ਅਮਿਤ ਸ਼ਾਹ ਨੂੰ ਕਹੋ, ਤੁਸੀਂ ਸਿੱਧੂ ਨੂੰ ਕਿਉਂ ਕਹਿੰਦੇ ਹਟਾਓ? ਕੀ ਸਿੱਧੂ ਦੇ ਹਟਾਉਣ ਨਾਲ ਮੇਰੇ ਵਿਚਾਰ ਫਿਰ ਗੰਗਾ ਨਾ ਆਉਣਗੇ? ਮੇਰੇ ਵਿਚਾਰ ਫਿਰ ਦੇਸ਼ ਭਗਤੀ? ਸਿੱਧੂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਸੀ। ਇਸ ਕਰਕੇ ਮੈਂ ਕਿਸੇ ਦਾ ਦਬਾਅ ਨਹੀਂ, ਨਾ ਮੈਨੂੰ ਸਿੱਧੂ ਨੇ ਕਿਹਾ, ਨਾ ਉਹਨੇ ਮੁੜ ਕੇ ਪਹਿਲਾਂ ਵੀ ਨਹੀਂ ਕਿਤੇ ਕਿਹਾ ਕਿਸੇ ਗੱਲ ਨੂੰ ਇਸ ਕਰਨ ਨੂੰ, ਕਿਉਂਕਿ ਅਸਲ ਦੇ ਵਿੱਚ ਇਸ ਅਹੁਦੇ ਦੀ ਨਿਯੁਕਤੀ ਹੋਈ ਸੀ ਜਿਹੜੀ ਉਹਦੇ ਵਿੱਚ ਇੱਕ ਐਂਬੀਗੁਇਟੀ ਸੀ। ਖਾਸ ਕਰਕੇ ਜਿਵੇਂ ਅੰਗਰੇਜ਼ੀ ਦਾ ਉਹਨਾਂ ਨੇ ਲੈਟਰ ਜਾਰੀ ਕੀਤਾ, ਪੰਜਾਬੀ ਵਾਲਾ ਕਲੀਅਰ ਸੀ, ਇਹਨਾਂ ਦੀ ਵਿਦਵਤਾ ਭਰਪੂਰ ਸਲਾਹ ਲਵਾਂਗਾ। ਪਿਆਰੇ ਲਾਲ ਗੱਲ ਨੇ ਕਲੀਅਰ ਕਰਤਾ ਸੀ ਵੀ ਸਾਡੀ ਸਲਾਹ ਕੀ ਆ, ਇੰਨੀ ਕੀ ਗੱਲ ਆ। ਮੈਂ ਉਦੋਂ ਵੱਡੀ ਗੱਲ ਕਹੀ ਸੀ, ਮੈਂ ਬਿਨਾਂ ਮੰਗੇ ਵੀ ਸਲਾਹ ਦਿੰਦਾ ਰਹੂੰਗਾ। ਮੈਂ ਪੰਜਾਬ ਦੇ ਏਜੰਡਾ ਜੋ ਉਭਾਰ ਰਿਹਾ ਨਵਜੋਤ ਸਿੰਘ ਸਿੱਧੂ, ਉਹਦਾ ਪ੍ਰਚਾਰ ਵੀ ਕਰੂੰ, ਉਹਦੇ ਹੱਕ 'ਚ ਡਟ ਕੇ ਖੜੂ। ਮੈਂ ਉਦੋਂ ਵੱਡੀ ਗੱਲ ਕਹੀ ਸੀ। ਜਾਣੀ ਕਿ ਅਸਤੀਫਾ ਬੇਸ਼ੱਕ ਦੇ ਦਿੱਤਾ, ਫੋਨ ਹੱਲੇ ਵੀ ਆ ਰਿਹਾ ਨਵਜੋਤ ਸਿੰਘ ਸਿੱਧੂ ਦਾ, ਤੁਹਾਨੂੰ ਚਰਚਾਵਾਂ ਹੱਲੇ ਵੀ ਹੋ ਰਹੀਆਂ, ਸਲਾਹ ਹੱਲੇ ਵੀ ਦੇ ਰਹੇ ਹੋ। ਮੈਂ ਪੰਥ 'ਚੋਂ ਛੇਕਤਾ, ਮੇਰੇ ਤੋਂ ਕੋਈ ਕਾਨੂੰਨ ਇਹੋ ਜਿਹਾ ਲੱਗ ਗਿਆ ਵੀ ਇਹਨੂੰ ਦੇਸ਼ ਬਦਲ ਕਰੋ, ਪੰਜਾਬ ਬਦਲ ਕਰੋ। ਉਹੀ ਮੈਂ ਤਾਂ ਕਹਿੰਦਾ ਉਹ ਆ ਰਹੇ ਨੇ, ਨਹੀਂ ਆ ਰਹੇ ਨੇ, ਇਹ ਅੱਡ ਗੱਲ ਆ। ਜਾਂ ਤਾਂ ਇਹ ਕਹਿਣ ਜੇ ਨਿਰੰਕਾਰੀਆਂ ਦੇ ਖਿਲਾਫ ਹੁਕਮਨਾਮਾ ਜਾਰੀ ਕੀਤੇ ਹੋਣ ਦੇ ਬਾਵਜੂਦ ਨਰਿੰਜਨ ਸਿੰਘ ਦਾ ਬਾਦਲ ਸਰਕਾਰ 'ਚ ਕੀ ਰੋਲ ਰਿਹਾ ਜੀ? ਉਦੋਂ ਇਹੀ ਕਹਿੰਦੇ ਸੀ ਨਾ, ਉਹ ਸਰਕਾਰੀ ਡਿਊਟੀ ਆ ਜੀ, ਉਹ ਸਰਕਾਰੀ ਅੱਡ ਗੱਲ ਆ, ਉਹ ਫਲਾਨੀ ਅੱਡ ਗੱਲ। ਸੋ ਵਿਚਾਰਾਂ ਦੀ ਆਜ਼ਾਦੀ ਬਹੁਤ ਵੱਡੀ ਆਜ਼ਾਦੀ ਆ, ਇਹਦੀ ਖਾਤਰ ਕੋਈ ਵੀ ਕੁਰਬਾਨੀ ਦਿੱਤੀ ਜਾ ਸਕਦੀ। ਮੈਂ ਪਹਿਲਾਂ ਵੀ ਕਿਹਾ, ਮੇਰੇ ਤੇ NSA ਟਾਡਾ ਕੋਈ ਮਾਰਨ, ਧਮਕੀ ਦੇਣ, ਲੁੱਟ ਖੋਹ ਇਸ ਕਰਕੇ ਥੋੜ੍ਹਾ ਲੱਗਿਆ ਸੀ, ਜਨਤਕ ਪੈਗਾਮ ਦੀਆਂ ਲਿਖਤਾਂ ਕਰਕੇ ਲੱਗਿਆ ਸੀ ਠੀਕ ਆ। ਪਰ 2 ਸਾਲ ਹੀ ਮੈਨੂੰ ਨਜ਼ਰਬੰਦ ਕੀਤਾ, 1.5 ਮਹੀਨੇ 'ਚ ਹਾਈ ਕੋਰਟ ਨੇ ਭਗਾ ਕੇ ਮਾਰੀ ਇਹਨਾਂ ਦੀ ਫਾਈਲ। ਤੇ ਉਹ ਦੱਸੋ ਨਾ ਵੀ ਝੂਠ ਲਾਇਆ ਸੀ, ਜਵਾਨਬੰਦੀ ਕਰਨ ਖਾਤਰ ਲਾਇਆ ਸੀ। ਹੁਣ ਵੀ ਇਹਨਾਂ ਦਾ ਕੋਸ਼ਿਸ਼ ਸੀ ਵੀ ਇਹਦੀ ਜਵਾਨਬੰਦੀ ਕਰਾਈ ਅਸਲ 'ਚ, ਇਹਦੇ ਹੱਥ ਬੰਨ੍ਹ ਕੇ ਖੜਾਈਏ ਤਾਂ ਕਿ ਲੜਾਈ ਖੁੱਲ੍ਹ ਕੇ ਨਾ ਲੜ ਸਕੇ। ਮਾਲੀ ਸਾਹਿਬ, ਤੁਹਾਡੇ ਬਾਰੇ ਮੈਨੂੰ ਲੱਗਦਾ ਬਹੁਤਿਆਂ ਨੂੰ ਹਲੇ ਇਹ ਪਤਾ ਹੀ ਨਹੀਂ ਸੀਗਾ ਕਿ ਤੁਸੀਂ ਕਿਹੜੇ ਆਪਾਂ ਕਹਿ ਲਈਏ ਵੀ ਦੌਰਾਂ ਦੇ ਵਿੱਚੋਂ ਲੰਘੇ ਹੋਏ ਹੋ। ਤੁਸੀਂ ਜਿਹੜੀਆਂ ਟਾਡਾ ਤੇ ਆਹ ਵਾਲੀਆਂ ਗੱਲਾਂ ਕਰ ਰਹੇ ਹੋ, ਮੈਨੂੰ ਲੱਗਦਾ ਇਹਨਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਕਿਸ ਤਰੀਕੇ ਨਾਲ ਤੁਸੀਂ ਆਪਣੇ ਪਿੰਡ ਤੇ ਤਸ਼ੱਦਦ ਹੰਢਾਇਆ, ਤੇ ਇਸ ਕਰਕੇ ਤੁਹਾਡਾ ਇੱਕ ਅਲੱਗ ਤਰੀਕੇ ਦਾ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼। ਜਦੋਂ ਇਦਾਂ ਦੀ ਕੋਸ਼ਿਸ਼ ਹੁੰਦੀ ਹੈ, ਇੱਕ ਪਾਸੇ ਬੰਦਾ ਸਿਆਸਤ ਨੂੰ ਸਹੀ ਲੀਹੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤੇ ਦੂਜੇ ਪਾਸੇ ਉੱਤੇ ਇਦਾਂ ਦੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਹੋਵੇ ਵੀ ਇਹ ਤਾਂ ਦੇਸ਼ ਦੇ ਵਿੱਚ ਅਸਥਿਰਤਾ ਪੈਦਾ ਕਰਨ ਦੀ ਗੱਲ ਕਰ ਰਿਹਾ, ਦੇਸ਼ ਦੇ ਵਿੱਚ ਲੋਕਾਂ ਨੂੰ ਭੜਕਾਉਣ ਦੀ ਗੱਲ ਕਰ ਰਿਹਾ, ਜਦੋਂ ਇਦਾਂ ਦੇ ਇਲਜ਼ਾਮ ਲੱਗਦੇ ਨੇ, ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ? ਨਹੀਂ, ਮੇਰੇ ਖਾਤਰ ਵੈਸੇ ਉਹ ਨਵੀਂ ਗੱਲ ਨਹੀਂ। ਅਸਲ 'ਚ ਇਹ ਲੀਹੋਂ ਲਹੇ ਆਗੂ ਨੇ, ਆਪ ਭਟਕੀ ਹੋਈ ਸਿਆਸਤ ਆ, ਨੈਤਿਕ ਤੌਰ ਤੇ ਕੰਗਾਲ ਨੇ, ਜਵਾਬਦੇਹ ਕਿਸੇ ਨੂੰ ਹੋਣਾ ਨਹੀਂ ਚਾਹੁੰਦੇ। ਜੋ ਕਿਸਾਨ ਅੰਦੋਲਨ ਨੇ ਵਰਤਾਂਤ ਸਿਰਜਿਆ ਉਹਦਾ ਪੰਜਾਬ 'ਚ ਅਸਰ ਨਹੀਂ ਪੈਣ ਦੇਣਾ ਚਾਹੁੰਦੇ। ਜਿਵੇਂ ਉਹਨਾਂ ਨੇ ਫੈਡਰਲਿਜ਼ਮ ਦਾ ਸਵਾਲ ਉਠਾਇਆ,
ਦੇਖੋ ਉਹਨਾਂ ਨੇ ਵੀ ਇਹੀ ਕਿਹਾ ਨਾ ਵੀ ਖੇਤੀ ਕਾਨੂੰਨ ਬਣਾਉਣ ਦਾ ਤੁਹਾਨੂੰ ਹੱਕ ਨਹੀਂ, ਇਹ ਗੈਰ ਕਾਨੂੰਨੀ ਨੇ। ਮੈਂ ਕਿਹਾ ਕਸ਼ਮੀਰ ਬਾਰੇ ਜਿਹੜਾ ਤੁਸੀਂ ਕੀਤਾ ਤੁਹਾਨੂੰ ਉਹ ਹੱਕ ਨਹੀਂ। ਗੱਲ ਦੋਹਾਂ 'ਚ ਫਰਕ ਕੀ ਆ? ਤੁਸੀਂ ਕਿਸਾਨ ਅੰਦੋਲਨ ਤੇ ਹੁਣ ਜ਼ੁਲਮ ਢਾਉਣ ਲੱਗ ਗਏ, ਜੰਮੂ ਕਸ਼ਮੀਰ ਨੂੰ ਖੁੱਲੀ ਜੇਲ੍ਹ ਬਣਾਇਆ ਹੋਇਆ, ਇਹ ਤਾਂ ਫੈਕਟ ਆ। ਕਸ਼ਮੀਰ ਦਾ ਦਰਜੇ 'ਚ ਤਬਦੀਲੀ ਕੀਤੀ ਜਾ ਸਕਦੀ ਸੀ, ਉਹ ਜਦੋਂ ਇਲਹਾਕ ਹੋਇਆ ਉਹਦੇ ਵਿੱਚ ਲਿਖਿਆ ਹੋਇਆ ਕਸ਼ਮੀਰੀ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਜਦੋਂ ਮਾਊਂਟ ਬੈਟਨ ਨੇ ਲਿਖਿਆ ਪ੍ਰਵਾਨ ਕੀਤਾ ਉਹ ਇਲਹਾਕ, ਉਹਦੇ ਹੇਠਾਂ ਮਾਊਂਟ ਬੈਟਨ ਦੇ ਤੁਸੀਂ ਕਮੈਂਟ ਪੜ੍ਹੋ। ਬਾਈ ਜੀ ਇਹ ਪੜ੍ਹਦੇ ਤਾਂ ਹੈ ਨਹੀਂ ਇਹ ਕੁਛ, ਇਹ ਤਾਂ WhatsApp ਯੂਨੀਵਰਸਿਟੀ ਦਾ ਇਤਿਹਾਸ ਪੜ੍ਹਦੇ ਨੇ, ਮੋਦੀ ਵਾਲਾ ਇਤਿਹਾਸ ਹੈ ਇਹਨਾਂ ਦੇ ਕੋਲੇ। ਸੋ ਜਦੋਂ ਅਸੀਂ ਕਹਿੰਦੇ ਹਾਂ ਬੀਤੇ ਆ ਵਰਤਮਾਨ ਤੇ ਭਵਿੱਖ ਜੁੜੇ ਹੁੰਦੇ ਨੇ, ਜੇ ਬੀਤੇ ਤੇ ਗੋਲੀ ਚਲਾਓਗੇ ਭਵਿੱਖ ਤੋਪ ਨਾਲ ਫੁੰਡੂ। ਇਹ ਜਿਵੇਂ ਬੀਤੇ ਤੇ ਗੋਲੀਆਂ ਚਲਾਉਣ ਲੱਗਿਆ ਹੋਇਆ ਨਾ RSS ਬ੍ਰਿਗੇਡ, ਇਹਨਾਂ ਭਵਿੱਖ ਪੰਜਾਬ ਭਾਰਤ 'ਚ ਹੈ ਨਹੀਂ। ਬਾਈ ਜੀ ਭਾਰਤੀ ਸੰਵਿਧਾਨ ਕਹਿੰਦਾ ਇੰਡੀਆ ਇਜ਼ ਯੂਨੀਅਨ ਆਫ ਸਟੇਟਸ, ਹੁਣ ਤੱਕ ਕਹਿੰਦੇ ਰਿਹਾ ਸਾਰੇ ਫੁੱਲਾਂ ਦਾ ਗੁਲਦਸਤਾ, ਅੱਡ ਅੱਡ ਰੰਗ ਨੇ, ਜਿੰਨੇ ਖਿੜਨਗੇ ਉਹਨਾਂ ਭਾਰਤ ਮਜ਼ਬੂਤ ਹੋਊ। ਤੇ ਅੱਜ ਅਸੀਂ ਉਹਦੀ ਭਗਵੀਂ ਚਟਣੀ ਬਣਾਉਣ ਤੇ ਤੁਰੇ ਹੋਏ ਆ। ਤੇ ਉਹ ਆਨੰਦਪੁਰ ਦੇ ਮਤੇ ਵਾਲੇ ਜਿਹੜੇ ਕਸ਼ਮੀਰ ਦਾ ਦਰਜਾ ਮੰਗਦੇ ਸੀ, ਅੱਜ ਵੀ ਅਖਬਾਰਾਂ 'ਚ ਫੋਟੋਆਂ ਪਈਆਂ ਨੇ ਅਕਾਲੀ ਲੀਡਰਾਂ ਦੀਆਂ ਮੁਲਾਕਾਤਾਂ। ਅਕਾਲੀ ਲੀਡਰਾਂ ਨੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਹਮਾਇਤ ਕੀਤੀ ਸੀ, ਕਸ਼ਮੀਰ ਦੇ ਆਪਰ ਨਿਰਣ ਦੇ ਹੱਕ ਦੀ ਹਮਾਇਤ ਕੀਤੀ ਸੀ, ਜੋ UNO 'ਚ ਮੰਨ ਕੇ ਆਏ ਸੀ। ਉਹਨਾਂ ਨੇ ਆਜ਼ਾਦ ਹੋਣਾ, ਪਾਕਿਸਤਾਨ ਨਾਲ ਰਹਿਣਾ, ਭਾਰਤ ਨਾਲ ਰਹਿਣਾ। ਮੈਂ ਕਦੇ ਨਹੀਂ ਕਿਹਾ ਭਾਰਤ ਦਾ ਹਿੱਸਾ ਨਹੀਂ ਹੈ ਉਹ, ਮੈਂ ਕਿਹਾ ਇੱਕ ਸਮਝੌਤੇ ਨਾਲ ਹਿੱਸਾ ਬਣਿਆ ਸੀ, ਦੂਜੇ ਰਾਜਾਂ ਵਾਂਗੂ ਉਹ ਮਰਜ ਨਹੀਂ ਹੋਇਆ, ਸਮਝੌਤੇ ਨਾਲ ਹਿੱਸਾ ਬਣਿਆ ਸੀ। ਉਹ ਦੋ ਦੇਸ਼ਾਂ ਦਾ ਸਮਝੌਤਾ ਸੀ, ਲੀਗਲੀ ਕਾਨੂੰਨ। ਅੱਜ ਪੁੱਛ ਕੇ ਤੁਸੀਂ ਦੇਖ ਲਓ, ਤੁਸੀਂ ਭੂਟਾਨ ਤੇ ਸਿੱਕਮਰ ਲਾਇਆ, ਠੀਕ ਹੈ, ਅਸੈਂਬਲੀਆਂ ਸਹਿਮਤ ਹੋ ਗਈਆਂ, ਰਲ ਗਿਆ ਤੁਹਾਡੇ ਨਾਲ। ਤੁਸੀਂ ਜੰਮੂ ਕਸ਼ਮੀਰ ਦੀ ਅਸੈਂਬਲੀ ਤੋਂ ਮਤੇ ਪਾਸ ਕਰਾ ਉਹਨਾਂ ਦਾ ਰੁਤਬਾ ਖੋਰਿਆ। ਪਹਿਲਾਂ ਉਹਨਾਂ ਦਾ ਆਪਦਾ ਪ੍ਰਧਾਨ ਮੰਤਰੀ ਹੁੰਦਾ ਸੀ, ਆਪਦਾ ਰਾਸ਼ਟਰਪਤੀ ਹੁੰਦਾ ਸੀ, ਆਪਦਾ ਸੰਵਿਧਾਨ ਹੁੰਦਾ ਸੀ। ਸ਼ੇਖ ਅਬਦੁੱਲਾ ਨੂੰ ਜੇਲ੍ਹ 'ਚ ਤੁੰਨ ਕੇ ਉਦੋਂ ਫਿਰ ਮੁੜ ਕੇ ਉਹਦੇ ਪੱਪਟ ਸਰਕਾਰਾਂ ਬਣਾਈਆਂ, ਫਿਰ ਉਹਨਾਂ ਨਾਲ ਸਮਝੌਤੇ ਕੀਤੇ ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਕਹਿੰਦੇ। ਮੁਫਤ ਮਹਿਬੂਦੀ ਨਾਲ ਸਰਕਾਰ ਮਾਲੀ ਨੇ ਬਣਾਈ ਸੀ ਕਿ ਮੋਦੀ ਨੇ ਬਣਾਈ ਸੀ ਜੀ? ਮਤਲਬ ਤੁਸੀਂ ਤਾਂ ਆਪਣੀਆਂ ਕੱਛ 'ਚ ਦੂਜੇ ਦੀਆਂ ਹੱਥ 'ਚ। ਸੋ ਇਸ ਕਰਕੇ ਕੋਈ ਇਹੋ ਜਿਹੀ ਸਮੱਸਿਆ ਨਹੀਂ। ਮੈਂ ਬਿਲਕੁਲ ਸਹੀ ਵਿਚਾਰ ਪੇਸ਼ ਕੀਤੇ ਨੇ। ਮੈਂ ਕਹਿੰਦਾ ਕਸ਼ਮੀਰ ਦੇ ਆਗੂ ਨੇ ਉਹ ਵੀ ਉਹੀ ਮੰਗ ਕਰਦੇ ਨੇ, ਕਹੋ ਉਹਨਾਂ ਨੂੰ। ਪਟੀਸ਼ਨ ਪਈ ਆ ਉਹ ਵੀ ਇਹੋ ਹੀ ਆ, ਕਹੋ ਉਹਨਾਂ ਨੂੰ ਇਹ ਪਾਏ ਨਹੀਂ ਸਕਦੇ, ਇਹ ਤਾਂ ਦੇਸ਼ ਵਿਰੋਧੀ ਆ ਪਟੀਸ਼ਨ। ਤੁਸੀਂ ਕਹਿੰਦੇ ਕਿ ਉਹਨਾਂ ਨੇ ਪੜ੍ਹਿਆ ਨਹੀਂ ਹੈਗਾ, WhatsApp ਦੇ ਇਤਿਹਾਸ ਤੋਂ ਜ਼ਿਆਦਾ ਜਾਣੂ ਲੱਗਦੇ ਨੇ BJP ਦੇ ਆਗੂ। ਮੈਨੂੰ ਲੱਗਦਾ ਉਹਨਾਂ ਨੇ ਕਿਤਾਬਾਂ ਤੇ ਵੀ ਟੈਕਸ ਵਧਾ ਦਿੱਤਾ ਤੇ ਉਹ ਚਾਹੁੰਦੇ ਨਹੀਂ ਲੋਕ ਕਿਤਾਬਾਂ ਪੜ੍ਹਨ। ਬੜੀ ਹੈਰਾਨੀ ਦੀ ਗੱਲ ਹੈ ਇਹ। ਮਾਲੀ ਸਾਹਿਬ, ਜਿਸ ਤਰੀਕੇ ਨਾਲ ਇਸ ਵੇਲੇ ਪੰਜਾਬ ਦਾ ਮਾਹੌਲ ਸਿਰਜਿਆ ਜਾ ਰਿਹਾ, ਤੁਸੀਂ ਹੁਣ ਅਸਤੀਫਾ ਦਿੱਤਾ ਪਰ ਨਾਲ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਨਾਮ ਵੀ ਲਿਖਦੇ ਵੀ ਮੇਰੇ ਤੇ ਕੋਈ ਕੱਲ੍ਹ ਨੂੰ ਅਟੈਕ ਹੁੰਦਾ ਜਾਂ ਕੋਈ ਮੇਰੀ ਜਾਨ ਨੂੰ ਨੁਕਸਾਨ ਹੁੰਦਾ ਤਾਂ ਉਹ ਆਗੂਆਂ ਦੇ ਨਾਮ ਵੀ ਲਿਖਦੇ। ਕਿਹਨਾਂ ਤੋਂ ਜਾਨ ਦਾ ਖਤਰਾ ਪੈ ਗਿਆ? ਪਹਿਲੀ ਗੱਲ ਤਾਂ ਹੈ ਭੋਗਲ ਸਾਹਿਬ, ਮਾਹੌਲ ਦੇਸ਼ 'ਚ ਕਿਹੋ ਜਿਹਾ ਬਣਾ ਰਿਹਾ। ਕਿੰਨੇ ਤੁਸੀਂ ਦੇਖੋ ਲਵ ਜਹਾਜ਼ ਤੇ ਨਾਂ ਕੀ ਹੋਇਆ, ਗਊ ਹੱਤਿਆ ਦੇ ਨਾਂ ਤੇ ਕੀ ਹੋਇਆ, ਕਿੰਨੇ ਲੋਕ ਭੀੜ ਤੰਤਰ ਨੇ ਮਾਰੇ ਨੇ, ਕਿੰਨੇ ਲੋਕ ਦੂਜੀ ਤਰ੍ਹਾਂ ਮਾਰੇ ਜਾ ਰਹੇ ਨੇ, ਖੱਬੇ ਪੱਖੀ ਕਿਵੇਂ ਜੇਲ੍ਹਾਂ 'ਚ ਨੇ। ਤੁਸੀਂ ਇੱਕ ਮਾਲਵਿੰਦਰ ਸਿੰਘ ਮਾਲੀ ਜਿਹੜਾ ਸੰਵਿਧਾਨ ਦੇ ਅਨੁਸਾਰ ਚੱਲ ਰਿਹਾ, ਮੈਨੂੰ ਸੰਵਿਧਾਨ ਆਗਿਆ ਦਿੰਦਾ, ਸੰਵਿਧਾਨ ਦੇ ਵਿੱਚ ਰਹਿ ਕੇ ਤੂੰ ਸੰਵਿਧਾਨ ਨੂੰ ਬਦਲਣ ਦੀ ਮੰਗ ਕਰ ਸਕਦਾ। ਸੰਵਿਧਾਨ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਪੁਰਅਮਨ ਤਰੀਕੇ ਨਾਲ, ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਲਾਏ ਬਿਨਾਂ ਤੁਸੀਂ ਖਾਲਿਸਤਾਨ ਦੀ ਵੀ ਮੰਗ ਕਰ ਸਕਦੇ ਹੋ। ਤੇ ਅਸੀਂ ਇਹ ਬਣਾਤਾ ਵੀ ਜਿਹਨੇ ਖਾਲਿਸਤਾਨ ਦੀ ਮੰਗ ਕਰ ਲਈ, ਸੁਪਰੀਮ ਕੋਰਟ ਕਹਿੰਦਾ ਜੁਰਮ ਨਹੀਂ, ਇਹ ਕਹਿੰਦੇ ਦੇਸ਼ ਦਾ ਦੁਸ਼ਮਣ ਆ। ਵਿਚਾਰਾਂ ਦੀ ਲੜਾਈ ਆ, ਵਿਚਾਰਾਂ ਦੀ ਗੱਲ ਚੱਲਦੀ ਆ। ਸੋ ਇਹ ਇਹਨਾਂ ਨੇ ਭੜਕਾਹਟ ਮੇਰੇ ਪ੍ਰਤੀ ਕੀਤੀ ਆ। ਤੁਸੀਂ ਇਹ ਦੇਖੋ, ਮਜੀਠੀਆ ਕਹਿੰਦਾ ਸਾਡੇ ਫੌਜੀਆਂ ਦੇ ਲਹੂ ਦਾ ਅਪਮਾਨ ਕਰਤਾ, ਇਹ ਤੇ ਅਸਤੀਫੇ ਨਾਲ ਨਹੀਂ ਕੰਮ ਚੱਲਣਾ, ਇਹ ਤਾਂ ਦੇਸ਼ ਧਰੋਹ ਦਾ ਕੇਸ ਦਰਜ ਕਰੋ। ਇਹਨਾਂ ਨੂੰ ਨਾ ਦੇਸ਼ ਧਰੋਹ ਦਾ ਪਤਾ, ਨਾ ਇਸ ਅਕਾਲੀ ਸਿਆਸਤ ਜੰਮੇ ਨੇ, ਨਾ ਇਹਨੂੰ ਤਾਂ ਪੰਜਾਬੀ 'ਚ ਦਸਖਤ ਕਰਨੇ ਹੁਣ ਮਸਾਂ ਆਏ ਨੇ ਪੂਰੇ। ਹੁਣ ਵੀ ਦੇਖ ਲਓ ਬਿਕਰਮ ਸਿੰਘ ਮਜੀਠੀਆ ਪੂਰਾ ਪੰਜਾਬੀ 'ਚ ਨਹੀਂ ਲਿਖ ਸਕਦਾ। ਇਹ ਸਾਨੂੰ ਮੱਤ ਦਿੰਦਾ ਪੰਜਾਬ ਦੇ ਇਤਿਹਾਸ ਦੀ, ਦੇਸ਼ ਦੇ ਇਤਿਹਾਸ ਦੀ। ਤੇ ਦੇਸ਼ ਦੀ ਏਕਤਾ ਅਖੰਡਤਾ ਨੂੰ ਤਾਂ ਖਤਰਾ 84 'ਚ ਵੀ ਪੈਦਾ ਹੋਇਆ ਸੀ, ਉਦੋਂ ਵੀ ਫੌਜੀਆਂ ਦਾ ਖੂਨ ਡੁੱਲਿਆ ਸੀ। ਕਹੇ ਫਿਰ ਉਹਨਾਂ ਨੂੰ ਸ਼ਹੀਦ ਨਾ ਆਓ, ਲੀਹ ਤੇ ਆਓ ਨਾ। ਤੁਸੀਂ ਆਨੰਦਪੁਰ ਦੇ ਮਤੇ ਨੂੰ ਬੇਦਾਵਾ ਦਾ, ਪੰਜਾਬ ਦੇ ਨਾਂ ਤੇ ਸਿੱਖੀ ਨੂੰ ਬੇਦਾਵਾ, ਸਿੱਖਾਂ ਨੂੰ ਦੇਤਾ, ਰਾਸ਼ਟਰਵਾਦ ਦੇ ਨਾਂ ਤੇ ਪੰਜਾਬ ਨੂੰ ਬੇਦਾਵਾ ਦੇਤਾ। ਅੱਜ ਤੁਹਾਡੇ ਕੱਲ ਮੈਨੂੰ ਤਾਂ ਹੈਰਾਨੀ ਆ, ਕੋਈ ਗੱਲ ਹੀ ਨਹੀਂ ਬੋਲਦਾ, ਸੁਸਰੀ ਵਾਂਗੂ ਸੌਂ ਗਏ ਸਾਰੇ। ਦੋ ਬੰਦੇ ਜੋ ਬੋਲੀ ਜਾਂਦੇ ਨੇ ਚੁੱਪ ਨੇ ਜੀ ਸਾਰੇ। ਜੇ ਅਕਾਲੀ ਦਲ 'ਚ ਕੋਈ ਡੈਮੋਕ੍ਰੇਸੀ ਦੀ ਗੱਲ ਹੁੰਦੀ, ਜੇ ਅਕਾਲੀ ਦਲ 'ਚ ਵਿਚਾਰਾਂ ਦਾ ਆਦਾਨ, ਅਕਾਲੀ ਦਲ ਦੇ ਪਹਿਲਾਂ 4 ਥੰਮ ਹੁੰਦੇ ਸੀ। ਅਕਾਲ ਤਖਤ ਦਾ ਜਥੇਦਾਰ ਬੋਲਦਾ ਸੀ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬੋਲਦਾ ਸੀ, ਅਕਾਲੀ ਦਲ ਦਾ ਪ੍ਰਧਾਨ ਅਕਾਲੀ ਦਲ ਦੀ ਆਵਾਜ਼ ਕੱਢਦਾ ਸੀ, ਮੁੱਖ ਮੰਤਰੀ ਸੰਵਿਧਾਨ ਦੇ ਅਨੁਸਾਰ ਪੰਜਾਬ ਦੇ ਹਿੱਤ। ਇਹਨਾਂ ਨੇ ਚਾਰੇ ਖੁਰਚ ਕੇ ਮਸਲ ਕੇ ਜੇਬ 'ਚ ਪਾ ਲਏ। ਹੁਣ ਇਹੀ ਸੁਖਬੀਰ ਕਹਿੰਦਾ ਇਹ ਤਾਂ ਸ਼੍ਰੋਮਣੀ ਕਮੇਟੀ ਦਾ ਫੈਸਲਾ ਜੀ, ਸਾਡਾ ਉਹ 'ਚ ਕੀ ਦਖਲ। ਸਿਰਸਾ ਹਾਰਿਆ ਦਿੱਲੀ, ਉੱਥੇ ਐਲਾਨ ਕਰਤਾ ਪੰਜਾਬ ਦੀ ਸ਼੍ਰੋਮਣੀ ਕਮੇਟੀ ਸਿਰਸੇ ਨੂੰ ਨੋਮੀਨੇਟ ਮੈਂਬਰ ਕਰੂਗੀ ਤੇ ਇਹੀ ਪ੍ਰਧਾਨ ਬਣੂਗਾ। ਆਹ ਤਾਂ ਇਹਨਾਂ ਦਾ ਹਾਲ ਆ। ਜਿਨ ਮਨ ਹੋਰ ਮੁੱਖ ਹੋਰ ਸੋ ਕਾਂਢੇ ਕੱਚੇ ਆ।
ਸੋ ਉਹਨਾਂ ਤੋਂ ਮੈਂ ਖਤਰਾ ਉਹ ਬੰਦਿਆਂ ਦਾ ਨਾਂ ਲਿਆ ਜਿਨ੍ਹਾਂ ਨੇ ਮੈਨੂੰ ਕਿਹਾ ਇਹ ਦੇਸ਼ ਦਾ ਦੁਸ਼ਮਣ ਆ, ਏਕਤਾ ਅਖੰਡਤਾ ਦਾ ਦੁਸ਼ਮਣ ਆ, ਫੌਜੀ ਜਾਨਾਂ ਵਾਰ ਰਹੇ ਨੇ, ਉਹਨਾਂ ਨਾਲ ਗਦਾਰੀ ਆ। ਤੁਸੀਂ ਭੋਗਲ ਜੀ ਇੱਕ ਗੱਲ ਦੇਖੋ, ਇੱਕ ਬੰਦਾ ਕਰਤਾਰਪੁਰ ਦੇ ਲਾਂਘੇ ਵੇਲੇ ਪ੍ਰਵਚਨ ਸਿਰਜਦਾ, ਇਹੋ ਜਿਹਾ ਮਾਹੌਲ ਹੋਣਾ ਚਾਹੀਦਾ। ਦੁਨੀਆ 'ਚ ਸਭ ਤੋਂ ਵੱਡਾ ਭਾਰ ਆ ਬਾਪ ਦੇ ਪੁੱਤ ਦੇ ਅਰਥੀ ਨੂੰ ਮੋਢਾ ਦੇਣਾ। ਮੈਂ ਇਹ ਚਾਹੁੰਦਾ ਅਮਨ ਸ਼ਾਂਤੀ ਹੋਵੇ, ਨਾ ਉਧਰ ਆ ਬਜ਼ੁਰਗਾਂ ਨੂੰ ਦੇਣੀ ਪਵੇ ਅਰਥੀ ਨੂੰ ਮੋਢਾ, ਨਾ ਇੱਧਰ ਦੇਣੀ ਪਵੇ। ਇੱਕ ਬੰਦਾ ਇਹ ਕਹਿ ਰਿਹਾ ਚੱਕ ਦੋ, ਫੋਟ ਦੋ, ਸ਼ਹੀਦ ਹੋ ਜਾਓ, ਸ਼ਹੀਦਾਂ ਦਾ ਐਂ ਕਰੋ। ਪ੍ਰਵਚਨ ਦਾ ਫਰਕ ਤਾਂ ਦੇਖੋ ਜੀ ਦੋਵਾਂ ਦਾ ਕਿੰਨਾ। ਇਹ ਪੰਜਾਬ ਦੇ ਲੋਕ ਫੈਸਲਾ ਕਰ ਲੈਣ ਵੀ ਕਿਹੜਾ ਉਹਨਾਂ ਦੇ ਹੱਕ 'ਚ। ਸੋ ਉਹਨਾਂ ਦੇ ਜਿਨ੍ਹਾਂ ਨੇ ਇਹ ਕੀਤਾ, ਮੈਂ ਉਹਨਾਂ ਦੀ ਨਾਂ ਲਏ ਨੇ, ਉਦੋਂ ਅੱਡ ਨਾਂ ਨਹੀਂ ਲਿਆ ਵੀ ਕੋਈ ਭੜਕਾਹਟ 'ਚ। ਹੁਣ ਆਪਾਂ ਇੱਥੇ ਬੈਠੇ ਜੀ ਇੰਟਰਵਿਊ ਕਰ ਰਹੇ ਹਾਂ, ਕੋਈ ਤਾਕ 'ਚ ਫਿਰਦਾ ਹੋਵੇ ਆ ਕੇ ਗੰਡਾਸਾ ਮਾਰੇ, ਗੋਲੀ ਮਾਰੇ, ਮੈਂ ਕਿਹੜੀ ਬਿੱਲੀ ਮਾਰਤੀ ਜੀ ਜਿਹਦੇ ਕਰਕੇ ਉਹ ਮਾਰੂ? ਫਿਰ ਇਹੀ ਜ਼ਿੰਮੇਵਾਰ ਹੋਣਗੇ ਕਿ ਨਹੀਂ ਹੋਣਗੇ? ਮਾਲੀ ਜੀ, ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਕਿ ਨਵਜੋਤ ਸਿੰਘ ਸਿੱਧੂ ਮੁੱਦਿਆਂ ਦੀ ਗੱਲ ਕਰ ਰਿਹਾ ਤੇ ਉਹਨੂੰ ਰੋਕ ਕੌਣ ਰਿਹਾ ਤੁਹਾਡੇ ਹਿਸਾਬ ਨਾਲ? ਸਿੱਧੇ ਤੌਰ ਤੇ ਕਿੱਥੋਂ ਕਿਹੜੀ ਤਾਕਤ ਆ? ਕਿਉਂਕਿ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਹੁਣ ਚਰਚਾ ਦੇ ਵਿੱਚ ਇਸ ਕਰਕੇ ਵੀ ਬਹੁਤ ਰਹੇ ਕਿ ਬਿਜਲੀ ਦੇ ਕਾਨੂੰਨ ਰੱਦ ਹੋਣੇ ਚਾਹੀਦੇ। ਅੱਜ ਫਿਰ ਉਹਨਾਂ ਨੇ ਪਿਛਲੇ ਦਿਨ ਵੀਡੀਓ ਪਾਈ, ਉਹਦੇ ਵਿੱਚ ਵੀ ਇਹ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਨੁਕਸਾਨ ਬਿਜਲੀ ਦੇ ਜਿਹੜੇ PPA ਕੀਤੇ ਗਏ ਨੇ, ਸਾਈਨ ਕੀਤੇ ਗਏ, ਉਹਨਾਂ ਕਰਕੇ ਹੋ ਰਿਹਾ ਵੀ ਇਹ ਨਹੀਂ ਹੋਣੇ ਚਾਹੀਦੇ ਸੀਗੇ ਤੇ ਬਿਜਲੀ ਦੇ ਮੁੱਦੇ ਨੂੰ ਦੁਬਾਰਾ ਉਭਾਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਨਾਲ ਦੇ ਨਾਲ ਇਹ ਵੀ ਕਹਿੰਦੇ ਕਿ 3 ਤੋਂ 5 ਰੁਪਏ ਬਿਜਲੀ ਮੈਂ ਦੇਣੀ ਹੈ ਪੰਜਾਬ ਦੇ ਵਿੱਚ। ਲੋਕ ਇਲਜ਼ਾਮ ਲਾਉਂਦੇ ਨੇ ਕਿ ਕਦੋਂ ਦੇਣੀ ਹੈ? ਤੁਹਾਡੀ ਸਰਕਾਰ ਹੈ, ਸਰਕਾਰ ਦੇ ਵਿੱਚ ਰਹਿੰਦੇ ਹੋਏ ਤੁਸੀਂ ਇੱਦਾਂ ਦੀਆਂ ਗੱਲਾਂ ਕਰ ਰਹੇ ਹੋ। ਬਿਜਲੀ ਮਹਿਕਮਾ ਵੀ ਤੁਹਾਨੂੰ ਮਿਲਿਆ। ਦੇਖੋ, ਹਰ ਇੱਕ ਗੱਲ ਦਾ ਪ੍ਰਸੰਗ ਹੁੰਦਾ, ਜਦੋਂ ਪ੍ਰਸੰਗ ਨਾਲ ਤੋੜ ਕੇ ਅਰਥ ਦਾ ਅਨਰਥ ਬਣ ਜਾਂਦਾ। ਉਹਨੇ ਕਿਹਾ ਇਹ ਕਾਂਗਰਸ ਸਰਕਾਰ ਨੇ ਕਿਹਾ ਸੀ ਮੈਨੀਫੈਸਟੋ 'ਚ ਆਹ ਪਾ ਦੇਵਾਂਗੇ, ਬਿਜਲੀ ਸਮਝੌਤੇ ਨੂੰ ਰੀਨੈਗੋਸ਼ੀਏਟ ਕਰਾਵਾਂਗੇ, ਮੁੜ ਕੇ ਵਿਚਾਰਾਵਾਂਗੇ, ਵਾਈਟ ਪੇਪਰ ਲੈ ਕੇ ਆਵਾਂਗੇ, ਕੱਖ ਨਹੀਂ ਕੀਤਾ। ਉਹਨੇ ਕਿਹਾ ਇਹ ਸਾਰਾ ਕੁਝ ਕਰਨ ਤੋਂ ਬਾਅਦ ਪਹਿਲਾ ਰੈਗੂਲੇਟਰੀ ਕਮਿਸ਼ਨ ਇਹ ਫੈਸਲਾ ਲਵੇ ਵੀ ਬਿਜਲੀ ਦਾ ਭਾਅ ਸਸਤਾ ਕਰੋ। ਉਸ ਤੋਂ ਬਾਅਦ ਆਹ ਕਾਨੂੰਨ ਬਣਾ ਕੇ ਜਿਵੇਂ ਪਾਣੀਆਂ ਦੇ ਸਮਝੌਤੇ ਰੱਦ ਕੀਤੇ ਸੀ ਉਹ ਰੱਦ ਕਰੋ, ਜੋ ਇਹਦੀਆਂ ਧਾਰਾਵਾਂ ਜਿਵੇਂ ਬਣਦੇ ਨੇ ਉਸ ਤਰ੍ਹਾਂ ਦਾ ਫੈਸਲਾ ਲਓ। ਉਹਨੇ ਇਹ ਵੀ ਕਿਹਾ ਵੀ ਜਿਵੇਂ ਪਹਿਲਾਂ ਸੋਧਾਂ ਦੀ ਗੱਲ ਕੀਤੀ ਸੀ, ਜਿਹੜੇ ਖੇਤੀ ਕਾਨੂੰਨ ਬਣਿਆ ਨਾ, ਇਹ ਅਸਲ 'ਚ ਫੈਡਰਲ ਢਾਂਚੇ 'ਤੇ ਹਮਲਾ, ਇਹਨਾਂ ਨੂੰ ਰੱਦ ਕਰੋ। ਇਹ ਫੈਡਰਲ ਢਾਂਚੇ 'ਤੇ ਹਮਲਾ, ਰਾਜਾਂ ਦੇ ਅਧਿਕਾਰਾਂ 'ਤੇ ਹਮਲਾ। ਉਹਨੇ ਤਾਂ ਪਹਿਲਾਂ ਇਹ ਵੀ ਕਿਹਾ ਸੀ ਜਦੋਂ GST ਲਾਈ ਆ, ਜਦੋਂ ਮਨਪ੍ਰੀਤ ਕਹਿੰਦਾ ਸੀ ਸਭ ਤੋਂ ਵੱਧ ਫਾਇਦਾ ਪੰਜਾਬ ਨੂੰ ਹੋਊ, ਉਹਦੀ ਵੀਡੀਓ ਚੱਕੋ ਜਿਹਦੀ ਮੈਂ ਹਮਾਇਤ ਕੀਤੀ ਸੀ, ਕਹਿੰਦਾ ਮੰਗ ਤੇ ਬਣਾ ਦਊ ਰਾਜਾਂ ਨੂੰ, ਇਹ ਮੰਗ ਤੇ। ਉਹਦੀ ਗੱਲ ਸੱਚ ਹੋਈ ਨਾ। ਸੋ ਇਸ ਕਰਕੇ ਮੈਂ ਇਹ ਕਹਿਣਾ ਵੀ ਜੋ ਗੱਲ ਕਰ ਰਿਹਾ ਠੀਕ ਕਰ ਰਿਹਾ। ਸਾਡਾ ਇਹਨਾਂ ਦਾ ਸਾਰਾ ਜ਼ੋਰ ਲੱਗਿਆ ਪਿਆ ਮੁੱਦਿਆਂ ਦੀ ਸਿਆਸਤ। ਰੋਕ ਕੌਣ ਰਿਹਾ? ਮੈਂ ਕਿਹਾ ਸਰਕਾਰ ਕਿਉਂਕਿ ਕਾਂਗਰਸ ਦੀ ਹੈ, ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਮੈਂਬਰ ਨੇ, ਇਸੇ ਕਰਕੇ ਕਾਂਗਰਸ ਨੇ ਉਹਦੀ ਨਕੇਲ ਕਸੀ ਆ। ਸਾਡੀ ਪਾਰਟੀ ਦੀ ਸਰਕਾਰ ਆ, ਸਾਡੇ ਜਿਹੜੇ ਵਾਅਦੇ ਕੀਤੇ ਉਹਨੇ 18 ਨਕਾਤੀ ਪ੍ਰੋਗਰਾਮ ਕੀ ਆ ਜੀ, 4 ਨਕਾਤੀ ਤਰਜੀਹੀ ਪ੍ਰੋਗਰਾਮ ਉਹ ਕੀ ਆ ਜੀ। ਉਹ ਪਾਰਟੀ ਹੁਣ ਫੈਸਲੇ ਪਾਰਟੀ ਨੇ ਨਾ ਕਰ ਸਕਦੀ, ਪਾਰਟੀ ਤਾਂ ਹੁਕਮ ਦੇ ਸਕਦੀ ਹੈ, ਦਬਾਅ ਪਾ ਸਕਦੀ ਹੈ, ਜਿਵੇਂ ਨਵਜੋਤ ਸਿੰਘ ਸਿੱਧੂ ਪਾ ਰਿਹਾ। ਪਾਰਟੀ ਵੀ ਉਹਨੂੰ ਬਣਾਉਣ ਦਿੱਤੀ ਜਾ ਰਹੀ, ਇੱਕ ਤੋਂ ਵੱਧ ਨਿਯੁਕਤੀ ਨਹੀਂ ਉਹ ਤਾਂ ਕੀਤੀ ਗਈ ਹਾਲੇ ਤੱਕ। ਉਹ ਨਹੀਂ ਕਰਦਾ ਜਾਂ ਹਾਈ ਕਮਾਂਡ ਨਹੀਂ ਕਰਨ ਦਿੰਦੀ, ਇਹ ਤਾਂ ਉਹ ਜਾਣਨ। ਪਰ ਜਦੋਂ ਤੱਕ ਉਹ ਪਾਰਟੀ ਸਟਰਕਚਰ ਨਹੀਂ ਬਣਾਉਂਦਾ, ਆਪਣੀ ਪਾਰਟੀ ਦੀ ਤਾਕਤ ਹੇਠਾਂ ਤੱਕ ਨਹੀਂ ਖੜੇ ਕਰਦਾ, ਉਹਦੀ ਸ਼ਕਤੀ ਹੈ ਜਿਹੜੀ ਕਮਜ਼ੋਰ ਰਹੂਗੀ ਕੁਦਰਤੀ। ਕੱਲਾ ਸਰਕਾਰ ਤੇ ਦਬਾਅ ਪਾਉਣਾ, ਉਹ ਤੋਂ ਕੰਮ ਕਰਾਉਣੇ, ਇਹ ਬਹੁਤ ਅਹਿਮ ਗੱਲ ਆ। ਪਰ ਨਾਲ ਪਾਰਟੀ ਦੀ ਉਸਾਰੀ ਵੀ ਬਹੁਤ ਵੱਡਾ ਅਹਿਮ ਗੱਲ ਆ। ਮੈਨੂੰ ਇਹ ਲੱਗਦਾ ਜਿਹੜੀ ਉਹਨੇ ਇੱਟ ਤੇ ਇੱਟ ਖੜਕਾਉਣ ਦੀ ਗੱਲ ਕੀਤੀ ਆ, ਉਹ ਹਰੀਸ਼ ਰਾਵਤ ਨੂੰ ਇਹ ਸੁਣਾਈ ਕੀਤੀ ਹੈ। ਮੈਂ ਉਹੀ ਕਹਿ ਰਿਹਾ ਸੀਗਾ ਕਿ ਹਰੀਸ਼ ਰਾਵਤ ਨੂੰ ਕਿਉਂ ਇੰਨੇ ਖਟਕ ਰਹੇ ਨੇ ਸਲਾਹਕਾਰ ਜਿਹੜੇ ਸੀਗੇ, ਜਾਂ ਉਹਨਾਂ ਨੇ ਸਿੱਧੇ ਤੌਰ ਤੇ ਇਦਾਂ ਦਾ ਬਿਆਨ ਦੇ ਦਿੱਤਾ ਕਿ ਜਾਂ ਤਾਂ ਨਵਜੋਤ ਸਿੰਘ ਸਿੱਧੂ ਆਪ ਹਟਾ ਲਵੇ ਜਾਂ ਫਿਰ ਅਸੀਂ ਹਟਾ ਲਵਾਂਗੇ। ਗਰਗ ਸਾਹਿਬ ਨੇ ਜਵਾਬ ਦੇ ਦਿੱਤਾ, ਤੂੰ ਕੌਣ ਹੁੰਨਾ, ਤੂੰ ਮੈਨੂੰ ਅਹੁਦਾ ਕਿਹੜਾ ਦਿੱਤਾ, ਸਾਨੂੰ ਅਸੀਂ ਕਿਹੜਾ ਅਹੁਦਾ ਜੁਆਇਨ ਕੀਤਾ, ਕੀ ਉਹਦੀ ਅਟਰਨੇਟੇਸ਼ਨ ਸੀ, ਜਵਾਬ ਦੇ, ਤੇ ਚੁੱਪ ਕਰ ਗਿਆ। ਸੋ ਇਸ ਕਰਕੇ ਰਾਬਤਾ ਜਿਹੜਾ ਦੇਖੋ, ਦਿੱਲੀ ਸਰਕਾਰ ਦੀ ਇੱਕ ਨੀਤੀ ਹੈ ਜਿਹੜੀ ਸਾਨੂੰ ਸਮਝਣੀ ਚਾਹੀਦੀ ਹੈ, ਉਹ ਆ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ। ਕਿਸਾਨ ਮੋਰਚੇ ਬਾਰੇ ਵੀ ਐਂ ਕੀਤਾ, ਕਾਮਰੇਡਾਂ ਦਾ, ਖਾਲਿਸਤਾਨੀ ਦਾ, ਫਲਾਨਾ ਦਾ। ਅੱਜ ਖੱਟੜ ਕਹਿੰਦਾ ਆ ਜਿਹੜਾ ਕਿਸਾਨਾਂ ਨੇ ਲੱਡੂ ਖਵਾਏ ਨੇ ਮਤਲਬ ਮੁੱਖ ਮੰਤਰੀ ਨੂੰ, ਇਹ ਇਸੇ ਕਰਕੇ ਸਮਝੌਤਾ ਨਹੀਂ ਹੁੰਦਾ। ਵਿਰੋਧੀ ਪਾਰਟੀ ਫਿਰ ਕਿਹਾ ਵਿਰੋਧੀ ਪਾਰਟੀ ਨਾਲ ਅੰਦੋਲਨ, ਮੋਦੀ ਨੇ ਕਿਹਾ। ਜਦੋਂ ਗੱਲ ਨਾ ਬਣੀ ਸਾਰੇ ਕਾਸੇ ਦੀ, ਉਹ ਇਸ ਕਰਕੇ ਫਿਰ ਉਹ ਜ਼ਬਰ ਤੇ ਉਤਰੇ। ਹੁਣ ਜਿਵੇਂ ਖੱਟੜ ਨੇ ਜੋ ਜ਼ਬਰ ਕੀਤਾ, ਇਹੀ ਖੱਟੜ ਆ ਨਾ ਜੀ ਜਿਹੜਾ ਕਹਿੰਦਾ ਸੀ ਤੁਸੀਂ ਇਹਦੀ ਮਾਨਸਿਕਤਾ ਘਟੀਆ ਦੇਖੋ, हरियाणवी शोरे हो अब कश्मीर की जो लड़कियों के साथ अपने डोले आएंगे ऐसे आएंगे। ये भी मैं लिखा उस पोस्ट ਦੇ ਵਿੱਚ ਵੀ ਹੁਣ ਤੱਕ 2 ਬੰਦਿਆਂ ਨੇ ਜ਼ਮੀਨ ਖਰੀਦੀ ਆ, ਤੁਸੀਂ ਉੱਥੇ ਇੱਕ ਇਹੋ ਜਿਹਾ ਮਾਹੌਲ ਪੈਦਾ ਕਿ 2 ਬੰਦਿਆਂ ਨੇ ਜ਼ਮੀਨ ਖਰੀਦੀ ਆ, ਬਾਈ ਜੀ ਇੱਕ ਦਾ ਕਤਲ ਹੋ ਗਿਆ। ਤੇ ਜਿਹੜੀ ਤੁਸੀਂ ਕਹਿੰਦੇ ਹੋ ਜ਼ਮੀਨ ਖਰੀਦਣ ਦੀ ਖੁੱਲ੍ਹ ਦਿੱਤੀ ਹੋਈ ਆ, ਤੇ ਸਾਨੂੰ ਹਿਮਾਚਲ 'ਚ ਕਿਉਂ ਨਹੀਂ, ਰਾਜਸਥਾਨ 'ਚ ਕਿਉਂ ਨਹੀਂ ਜੀ, ਫਿਰ ਬਾਕੀ ਥਾਵਾਂ 'ਤੇ ਬਾਕੀਆਂ ਨੂੰ ਕੋਈ ਨਹੀਂ। ਸੋ ਇਸ ਕਰਕੇ ਜਿਹੜਾ ਪ੍ਰਵਚਨ ਆ ਵਿਚਾਰਾਂ ਦਾ ਸੰਵਾਦ ਇਹ ਹੋਣਾ ਚਾਹੀਦਾ। ਇਹ ਸਥਾਪਿਤ ਧਿਰਾਂ ਨੇ ਜਿਹੜੀਆਂ ਉਹੀ ਇਹਦਾ ਵਿਰੋਧ ਕਰ ਰਹੇ। ਹੁਣ ਤੁਸੀਂ ਇਹ ਦੇਖੋ, ਸਾਰੀ ਨਵਜੋਤ ਸਿੱਧੂ ਦੇ ਖਿਲਾਫ ਇਕੱਠੇ ਹੋ ਗਏ। ਪਹਿਲਾਂ ਕੈਪਟਨ ਛੱਡਤਾ, ਸਿੱਧੂ ਫੜ ਲਿਆ, ਹੁਣ ਫਿਰ ਕੈਪਟਨ ਛੱਡਤਾ,
ਸਾਰੇ ਸਿੱਧੂ ਦੇ ਖਿਲਾਫ ਇਕੱਠੇ ਕਿਉਂ ਹੋ ਰਹੇ ਨੇ? ਸਮਝਣ ਦੀ ਗੱਲ ਤਾਂ ਹੈ ਨਾ ਜੀ। ਇੱਕ ਦੂਜੇ ਦੇ ਦੁਸ਼ਮਣ, ਚਾਹੇ ਆਮ ਆਦਮੀ ਪਾਰਟੀ ਵਾਲੇ ਆ, ਚਾਹੇ ਬਾਦਲ ਕੇ ਨੇ, ਚਾਹੇ ਭਾਜਪਾ ਨੇ, ਚਾਹੇ ਕੈਪਟਨ ਕੈਂਪ, ਸਿੱਧੂ ਦੇ ਖਿਲਾਫ ਸਾਰੇ ਕਿਉਂ ਇਕੱਠੇ ਹੋ ਗਏ? ਇਹਦਾ ਮਤਲਬ ਕੋਈ ਗੱਲ ਤਾਂ ਹੈ ਨਾ ਜੀ। ਮਾਲੀ ਇੱਕ ਬੰਦਾ ਜੀ, ਉਹਦੀ ਸਟੇਟਮੈਂਟ ਨਾਲ ਭਾਰਤ ਦੀ ਏਕਤਾ ਅਖੰਡਤਾ ਨੂੰ ਖਤਰਾ ਹੋ ਗਿਆ। ਇਹ ਤੁਹਾਡੀ ਏਕਤਾ ਅਖੰਡਤਾ ਫਿਰ ਇਹ ਹੈ ਕਹੀ ਜੀ? ਇਹਦੇ ਇੱਕ ਕੱਚੀ ਮਿੱਟੀ ਦੇ ਪੈਰਾਂ ਵਾਲਾ ਦੋ ਹੀ ਆ ਨਾ ਫਿਰ। ਇਹ ਤਾਂ ਰਾਸ਼ਟਰਵਾਦ ਵਾਂਗੂ ਬੱਚੇ ਖਾਣੀ ਸੱਪਣੀ ਹੋ ਆ ਨਾ ਜੀ। ਪਹਿਲਾਂ ਦੇਸ਼ 'ਚੋਂ ਇੱਕ ਦੁਸ਼ਮਣ ਖੜਾ ਕਰੋ, ਉਹਦਾ ਬਾਹਰ ਲਿੰਕ ਜੋੜੋ, ਫਿਰ ਉਹਨੂੰ ਕੁਚਲੋ। 84 ਵੇਲੇ ਸਿੱਖਾਂ ਨਾਲ ਕੀਤਾ ਸੀ, ਹੁਣ ਮੁਸਲਮਾਨਾਂ ਨਾਲ ਕੀਤਾ ਜਾ ਰਿਹਾ, ਕਾਮਰੇਡ ਵਿੱਚ ਘਸੇੜਿਆ ਜਾ ਰਿਹਾ। ਹਾਂ, ਬੜੀ ਚਰਚਾ ਇਹ ਵੀ ਛਿੜੀ ਹੋਈ ਹੈ। ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਸੈਂਟਰ ਦੀਆਂ ਪਾਲਿਸੀਆਂ ਉਸ ਤਰੀਕੇ ਦੀਆਂ ਰਹਿੰਦੀਆਂ, ਇਹ ਜਿਹੜਾ ਕੇਂਦਰ ਤੋਂ ਪਾਰਟੀਆਂ ਚੱਲਦੀਆਂ ਨੇ, ਮਾਲੀ ਜੀ ਤੁਸੀਂ ਇਹਦੇ ਬਾਰੇ ਵੀ ਟਿੱਪਣੀ ਕੀਤੀ ਹੈ ਕਿ ਕੇਂਦਰ ਤੋਂ ਜਿਹੜੀਆਂ ਪਾਰਟੀਆਂ ਚੱਲਦੀਆਂ ਉਹ ਪੰਜਾਬ ਦੇ ਲਈ ਕਦੇ ਵੀ ਭਲਾ ਨਹੀਂ ਸੋਚ ਸਕਦੀਆਂ। ਕਾਂਗਰਸ ਵੀ ਤਾਂ ਕੇਂਦਰ ਤੋਂ ਚੱਲ ਰਹੀ ਹੈ, ਆਮ ਆਦਮੀ ਪਾਰਟੀ ਵੀ ਹੁਣ ਉੱਥੋਂ ਹੀ ਚੱਲ ਰਹੀ ਹੈ। ਕੁਝ ਹੱਦ ਤੱਕ ਅਕਾਲੀ ਦਲ ਜਦੋਂ ਬੀਜੇਪੀ ਦੇ ਗੱਠਜੋੜ ਦੇ ਵਿੱਚ ਰਹੇ ਤਾਂ ਉਹ ਵੀ ਉੱਥੋਂ ਹੀ ਹਦਾਇਤਾਂ ਆਉਂਦ ਰਹੀਆਂ। ਫਿਰ ਪੰਜਾਬ ਦਾ ਭਲਾ ਹੋਊਗਾ ਕਿਸ ਤਰੀਕੇ ਨਾਲ? ਤੁਸੀਂ ਸਲਾਹ ਨਵਜੋਤ ਸਿੰਘ ਸਿੱਧੂ ਨੂੰ ਵੀ ਦਿੱਤੀ ਹੋਣੀ ਕੋਈ ਨਾ ਕੋਈ, ਤਾਂ ਮਸਲਾ ਕਲੀਅਰ ਨਹੀਂ ਹੋ ਰਿਹਾ ਹੈ। ਨਹੀਂ ਦੇਖੋ, ਮੇਰੀ ਇਸ ਗੱਲ ਬਾਰੇ ਕੋਈ ਗੱਲ ਨਹੀਂ ਹੋਈ, ਪਰ ਮੇਰੀ ਪੋਜੀਸ਼ਨ ਸਭ ਨੂੰ ਪਤਾ ਵੀ ਇਹ ਜਿਹੜੀਆਂ ਖੇਤਰੀ ਪਾਰਟੀਆਂ ਦੇਖੋ ਇੱਕ ਗੱਲ ਸਮਝਣ ਵਾਲੀ ਆ, ਜਿਹਨੂੰ ਟਪਲਾ ਖਾ ਰਹੇ ਨੇ ਸਾਰੇ। ਭਾਰਤ ਦੇ ਵਿੱਚ ਜਦੋਂ ਸੰਵਿਧਾਨ ਬਣਿਆ 3 ਲਿਸਟਾਂ ਬਣੀਆਂ ਸੀ ਨਾ, ਇੱਕ ਰਾਜਾਂ ਦੀ, ਇੱਕ ਸਾਂਝੀ ਸੂਚੀ। ਉਹ ਸਾਂਝੀ ਸੂਚੀ ਤੇ ਰਾਜ ਬਣਾ ਦੇਣ, ਕਾਨੂੰਨ ਸੈਂਟਰ ਨਾ ਬਣਾਵੇ, ਰਾਜ ਦਾ ਚੱਲੂ। ਜੇ ਸੈਂਟਰ ਦਾ ਬਣ ਗਿਆ ਤਾਂ ਉਹ ਚੱਲੂਗਾ। ਇਹਨਾਂ ਨੇ ਕਿੰਨੇ ਮਸਲੇ ਕੱਢ ਕੇ ਰਾਜਾਂ ਦੇ ਵਿੱਚੋਂ ਸਾਂਝੀ ਸੂਚੀ 'ਚ ਪਾ ਲਏ, ਕੰਕਰੀਟ ਲਿਸਟ ਪਾ ਲਏ, ਜਾਣੇ ਆਪਦੇ ਹੱਥ 'ਚ ਪਾ ਲਏ, 76 'ਚ ਉਹ ਪਾ ਲਏ। ਫੈਡਰਲਿਜ਼ਮ ਤੇ ਜਮਹੂਰੀਅਤ, ਪੰਜਾਬ 'ਚ 2 ਸਕੀਆਂ ਭੈਣਾਂ ਨੇ, ਇੱਕ ਦਾ ਸਾਹ ਘੁੱਟੋਗੇ ਦੂਜੀ ਦਾ ਘੁੱਟਿਆ ਜਾਊ। 70 ਸਾਲਾਂ 'ਚ ਇਹਨਾਂ ਨੇ ਫੈਡਰਲਿਜ਼ਮ ਦਾ ਪੱਟੀ ਮੇਸ ਕੀਤੀ ਆ। ਜਿਉਂ ਫੈਡਰਲਿਜ਼ਮ ਨੂੰ ਮਾਰਦੇ ਗਏ, ਤਿਉਂ ਜਮਹੂਰੀਅਤ ਮਰਦੀ ਗਈ, ਤਿਉਂ ਤਾਨਾਸ਼ਾਹੀ ਆਉਂਦੀ ਗਈ। ਕਾਂਗਰਸ ਵੀ ਇਸੇ ਰਾਹ ਤੇ ਚੱਲਦੀ ਸੀ, ਮੋਦੀ ਉਸੇ ਰਾਹ ਤੇ, ਇਹ 40 ਕਿਲੋਮੀਟਰ ਦੀ ਸਪੀਡ ਤੇ ਚੱਲਦੇ ਸੀ, ਉਹ 240 ਤੇ ਚੱਲ ਪਿਆ। ਫਰਕ ਤਾਂ ਇੰਨੀ ਆਇਆ ਨਾ ਜੀ। ਇਸ ਕਰਕੇ ਪਾਰਟੀਆਂ ਨੇ ਜਿਹੜੀਆਂ, ਜਦੋਂ ਤੱਕ ਉਹ ਫੈਡਰਲ ਪਹੁੰਚ ਨਹੀਂ ਅਪਣਾਉਂਦੀਆਂ, ਭਾਈ ਜੀ ਕਾਂਗਰਸ ਨੇ ਕੀ ਕੀਤਾ? ਕਾਂਗਰਸ ਨੇ ਆਪਣਾ ਨੁਕਸਾਨ ਕਿਉਂ ਕਰਾਇਆ? ਜਿਹੜਾ ਮੋਦੀ ਕਹਿੰਦਾ ਕਾਂਗਰਸ ਮੁਕਤ ਭਾਰਤ, ਇਹ ਕਿਹੜੀ ਕੁਦਰਤ ਦਾ ਇਨਸਾਫ ਆ ਜੀ? ਕਾਂਗਰਸ ਮੁਕਤ ਭਾਰਤ, ਕੱਲ੍ਹ ਨੂੰ ਕਹਿੰਦੇ ਕਮਿਊਨਿਸਟ ਮੁਕਤ ਭਾਰਤ, ਪਰਸੋਂ ਨੂੰ ਕਹਿ ਦੇਣਗੇ ਸਿੱਖ ਮੁਕਤ ਭਾਰਤ। ਫਿਰ ਫੁੱਲਾਂ ਦਾ ਗੁਲਦਸਤਾ ਕਿੱਥੇ ਰਿਹਾ? ਉਹਦੇ ਬੇਸਿਕ ਤੱਤ ਨੂੰ ਇਹ ਮਾਰ ਰਹੇ ਨੇ। ਸੋ ਇਸ ਕਰਕੇ ਮੇਰਾ ਪਾਰਟੀਆਂ ਨਾਲ ਮੇਰੀ ਬੜੀ ਅਸਹਿਮਤੀ ਆ, ਪਰ ਮੈਂ ਚਾਹੁੰਦਾ ਵੀ ਖੇਤਰੀ ਆਨੰਦਪੁਰ ਦੇ ਮਤੇ ਦੀ ਲੜਾਈ ਸੀ ਜਿਹੜੀ ਜੀ, ਫੈਡਰਲ ਢਾਂਚੇ ਦੀ ਲੜਾਈ ਸੀ, ਉਹ ਕਸ਼ਮੀਰ ਦੇ ਰੁਤਬੇ ਦੀ ਲੜਾਈ ਸੀ। ਤੇ ਉਸ ਵੇਲੇ ਵੀ ਬਾਦਲ ਸਾਹਿਬ ਸਰਕਾਰ ਨੇ ਇੱਕ ਵਾਰ ਮੁੱਖ ਮੰਤਰੀ ਦੀ ਮੀਟਿੰਗ ਸੱਦੀ ਸੀ ਫੈਡਰਲ ਢਾਂਚੇ ਲਈ, ਦਸਾਈ ਨੇ ਸ਼ਾਇਦ ਘੁਰਕੀ ਦਿੱਤੀ, ਮੀਟਿੰਗ ਇਹ ਕੈਂਸਲ ਕਰਤੀ। ਇਸ ਕਰਕੇ ਫੈਡਰਲਿਜ਼ਮ ਦੀ ਲੜਾਈ ਬਣਨੀ ਚਾਹੀਦੀ ਹੈ। ਫਿਰ ਉਹਨਾਂ ਨੇ ਕੀ ਕੀਤਾ? ਖੇਤਰੀ ਪਾਰਟੀਆਂ ਨੂੰ ਅਪਣਾ ਲਿਆ, ਕੇਂਦਰੀ ਸੱਤਾ 'ਚ ਭਾਗੀਦਾਰ ਬਣਾ ਲਿਆ ਤੇ ਉਹਨਾਂ ਨੂੰ ਭ੍ਰਿਸ਼ਟ ਕਰਤਾ। ਜਿਵੇਂ ਡਾਕਟਰ ਗਾਂਧੀ ਕਹਿੰਦਾ ਵੀ ਕੁਆਪਟ ਕਰ ਲਈਆਂ ਤੇ ਕਰਪਟ ਕਰ ਲਈਆਂ, ਪਰ ਮੁਲਕ ਨੂੰ ਖੇਤਰੀ ਪਾਰਟੀਆਂ ਦੀ ਲੋੜ ਆ। ਪੰਜਾਬ ਨੂੰ ਵੀ ਇੱਕ ਖੇਤਰੀ ਪਾਰਟੀ ਦੀ ਲੋੜ ਆ, ਜਿਹੜੀ ਪੰਜਾਬ ਸੰਬੰਧੀ ਇਸੇ ਸੰਵਿਧਾਨ 'ਚ ਬਣੂ ਖੇਤਰੀ ਪਾਰਟੀ। ਖੇਤਰੀ ਪਾਰਟੀ ਤਾਂ ਫਿਰ ਤਾਂ ਖੇਤਰੀ ਪਾਰਟੀ ਤਾਂ ਇੱਕੋ ਹੀ ਰਹਿ ਗਈ, ਅਕਾਲੀ ਦਲ। ਫਿਰ ਉਹ ਇੱਦਾਂ ਮੰਨ ਲਈ ਕਿ ਇੱਕ ਜਿਹੜੇ ਵਿਕਲਪ ਦੀ ਖੋਜ ਹੋ ਰਹੀ ਹੈ, ਵਿਕਲਪ ਹੈ ਹੀ ਨਹੀਂ ਪੰਜਾਬ ਦੇ ਕੋਲ। ਜਦੋਂ ਕੁੱਤੀ ਚੋਰ ਨਾਲ ਰਲ ਜੇ ਨਾ, ਉਹ ਸਭ ਤੋਂ ਵੱਧ ਖਤਰਨਾਕ ਹੁੰਦੀ ਆ। ਇਹ ਕਹਿੰਦੇ ਆ ਖੇਤਰੀ ਪਾਰਟੀ, ਇਹ ਤਾਂ ਰਾਸ਼ਟਰਵਾਦੀ ਪਾਰਟੀਆਂ ਦੇ ਵੀ ਪਿਓ ਬਣੇ ਹੋਏ ਨੇ। ਮੋਦੀ ਨਹੀਂ ਬੋਲਿਆ ਕਰਤਾਰਪੁਰ ਦੇ ਲਾਂਘੇ ਵੇਲੇ, ਹਰਸਿਮਰਤ ਕੌਰ ਤੇ ਆਪਣਾ ਕੈਪਟਨ ਅਮਰਿੰਦਰ ਫੌਜੀ ਬੋਲਿਆ ਨਾ, ਉਹਨਾਂ ਨੂੰ ਬੋਲਣ ਦੀ ਲੋੜ ਨਹੀਂ। ਇਹ ਤਾਂ ਚੋਰ ਨਾਲ ਹੀ ਪੰਡ ਕਾਹਲੀ ਹੋਈ ਪਈ ਆ। ਮਤਲਬ ਮਾੜੀ ਜਿਹੀ ਗੱਲ ਹੁੰਦੀ ਆ, ਇਹ ਆਪ ਬੋਲਦੇ ਨੇ, ਉਹ ਕਹਿੰਦੇ ਸਾਨੂੰ ਬੋਲਣ ਦੀ ਕੀ ਲੋੜ ਆ। ਸੋ ਇਸ ਕਰਕੇ ਮਰਜ ਹੋਏ ਰਾਸ਼ਟਰਵਾਦ ਦੇ ਵਿੱਚ। ਯਾਨੀ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਆਪਣੇ ਹੀ ਲੋਕ ਜਿਹੜੇ ਨੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਸ਼ਾਂਤੀ ਹੋਵੇ, ਖੁਸ਼ਹਾਲੀ ਹੋਵੇ, ਪੰਜਾਬ ਤਰੱਕੀ ਕਰੇ। ਉਹ ਚਾਹੁੰਦੇ ਕਿ ਡਿਸਟਰਬੈਂਸ ਕ੍ਰੀਏਟ ਹੋਵੇ, ਇੱਥੇ ਡਿਸਟਰਬੈਂਸ ਰਹੇ ਤਾਂ ਉਹਦਾ ਫਾਇਦਾ ਸਿਆਸੀ ਤੌਰ ਤੇ ਚੱਕਿਆ ਜਾਂਦਾ ਰਹੇ। ਤੁਸੀਂ ਬਿਲਕੁਲ ਮੈਂ ਇਹੀ ਕਹਿਣਾ ਚਾਹੁੰਦਾ ਜੀ। ਮੈਂ ਜਦੋਂ ਪੋਸਟ ਪਾਈ ਆ ਨਾ ਜੀ, ਉਦੋਂ ਮੈਨੂੰ ਸਲਾਹਕਾਰ ਨਿਯੁਕਤ ਨਹੀਂ ਕੀਤਾ ਸੀ। ਜਦੋਂ ਕੈਪਟਨ ਦੀ ਮੁਲਾਕਾਤ ਹੋਈ ਆ ਆਪਣੇ ਅਮਿਤ ਸ਼ਾਹ ਨਾਲ ਤੇ ਮੋਦੀ ਨਾਲ, ਜੋ ਇਹਨੇ ਬਿਆਨ ਜਾਰੀ ਕੀਤਾ, ਮੇਰੇ ਉਹਦੇ ਕੰਨ ਖੜਕੇ ਵੀ ਇਹ ਕਰਨਾ ਕੀ ਚਾਹੁੰਦਾ। ਦੇਖੋ, ਇਹਦੀ ਮੋਦੀ ਨਾਲ ਮੁਲਾਕਾਤ ਹੈ ਨਹੀਂ ਸੀ, ਇਹਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਹਦਾ ਮਤਲਬ ਉੱਥੇ ਕੁਛ ਉਹ ਗੱਲਾਂ ਡਿਸਕਸ ਕੀਤੀਆਂ ਜਿਹੜੀਆਂ ਪ੍ਰਧਾਨ ਮੰਤਰੀ ਨਾਲ ਫਿਰ ਡਿਸਕਸ ਕਰਨੀਆਂ ਜਾਂ ਉਹ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਸੀ। ਨਹੀਂ ਮੀਟਿੰਗ ਕਿਉਂ ਤੈਅ ਕੀਤੀ? ਫਿਰ ਬਿਆਨ ਜਾਰੀ ਕੀਤਾ। ਪੰਜਾਬ 'ਚ ਹਾਲਤ ਬੜੇ ਧਮਾਕਾਖੇਜ ਨੇ। ਪਾਕਿਸਤਾਨ ਆ ਜਿਹੜਾ, ਉਹ ਮਤਲਬ ਪੰਜਾਬ 'ਚ ਸ਼ਾਂਤੀ ਭੰਗ ਕਰ ਸਕਦਾ। ਡਰੋਨਾਂ ਦਾ ਕੰਮ ਸ਼ੁਰੂ। ਦੇਖੋ, ਖਤਰੇ ਸਾਰੇ ਥਾਂ 'ਤੇ ਨੇ, ਸਾਰੇ ਬਾਰਡਰਾਂ 'ਤੇ ਨੇ, ਸਾਰੇ ਪਾਸਿਓਂ ਨੇ, ਚੀਨ ਵਾਲੇ ਪਾਸਿਓਂ ਵੀ ਨੇ। ਬੰਗਲਾਦੇਸ਼ ਕਲਾਂਕਾ ਕਮਜ਼ੋਰ ਨੇ। ਚੱਲ ਆਪਾਂ ਇਹ ਕਹਿ ਦਈਏ ਪਾਕਿਸਤਾਨ ਨੂੰ ਤੁਸੀਂ ਆਪ ਦੁਸ਼ਮਣ ਬਣਾ ਕੇ, ਕਿਉਂਕਿ ਪਾਕਿਸਤਾਨ ਨਾਲ ਦੁਸ਼ਮਣੀ ਛੇੜੇ ਬਿਨਾ ਤੁਹਾਡਾ ਰਾਸ਼ਟਰਵਾਦ ਨਹੀਂ ਉੱਪਰਦਾ। ਸਿਆਪਾ ਤਾਂ ਇਹੀ ਹੈ ਨਾ ਜੀ। ਸੋ ਇਸ ਕਰਕੇ ਮੈਂ ਕਿਹਾ ਸੀ, ਇਹ ਬੜੀ ਕਿਸਾਨ ਅੰਦੋਲਨ ਨੇ ਭਾਈਚਾਰਾ ਉਸਾਰਿਆ।
ਹਿੰਦੂ ਸਿੱਖ ਦਾ ਦੁਕਾਨਦਾਰ ਆੜ੍ਹਤੀ ਇਕੱਠੇ ਹੋ ਗਏ, ਰਾਜਾਂ ਦੀ ਏਕਤਾ ਉਸਾਰਤੀ, ਅਮਨ ਸ਼ਾਂਤੀ ਦਾ ਝੰਡਾ ਗੱਡਤਾ। ਤੇ ਜਿਹੜਾ ਧੁਰਾ ਇਹ ਕਹਿੰਦਾ ਅੱਗ ਉੱਥੇ ਮੱਚਣ ਦੀ ਸੰਭਾਵਨਾ, 25 ਬਟਾਲੀਆਂ CRP ਦੀ ਨੇ, ਉਹ ਕਹਿੰਦਾ ਹਿੰਦੂ ਮੰਦਿਰਾਂ ਤੇ ਹਮਲਾ ਹੋਣ ਦੀ ਖਤਰਾ, ਕਿਉਂਕਿ ਗੁਜਰਾਤ 'ਚ ਹਿੰਦੂ ਮੰਦਿਰ ਨਹੀਂ, ਰਾਜਸਥਾਨ 'ਚ ਨਹੀਂ, ਜੰਮੂ ਕਸ਼ਮੀਰ 'ਚ ਨਹੀਂ, ਫਿਰ 7 ਸ਼ਹਿਰਾਂ ਦੇ ਨਾਂ ਦਿੱਤੇ, ਇੱਥੇ CRP ਲਓ ਤੇ ਉਹਦਾ ਖਰਚਾ ਖਜ਼ਾਨਾ ਖਾਲੀ ਆ ਪੰਜਾਬ ਚੱਕੂ। ਸੋ ਇਸ ਕਰਕੇ ਮੈਂ ਕਹਿੰਦਾ ਇਹ ਮੋਦੀ ਦਾ ਏਜੰਡਾ ਲਾਗੂ ਕਰ ਰਹੇ ਨੇ ਸਾਰੇ। ਇਹ ਛੋਟੇ ਛੋਟੇ ਬੱਚੇ ਵੀ ਇਸ ਚੀਜ਼ ਤੋਂ ਜਾਣੂ ਹੋ ਗਏ, ਕਹਿੰਦੇ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਸਿੱਖ ਸੀਗੇ, ਰਾਸ਼ਟਰਪਤੀ ਇੱਕ ਮੁਸਲਮਾਨ ਸੀਗੇ, ਉਦੋਂ ਵੀ ਕਹਿੰਦੇ ਸੀ ਕਿ ਹਿੰਦੂਆਂ ਨੂੰ ਖਤਰਾ, ਤੇ ਹੁਣ ਸਾਰੇ ਹਿੰਦੂ ਹੋ ਗਏ ਜਾਂ ਹੋਰ ਕਾਸਟ ਦੇ ਬੰਦੇ ਲਾਤੇ, ਹੁਣ ਵੀ ਕਹਿੰਦੇ ਹਿੰਦੂਆਂ ਨੂੰ ਖਤਰਾ। ਇਹ ਜਿਹੜਾ ਹਿੰਦੂਵਾਦ ਦਾ ਖਤਰਾ ਇਹ ਕਦੋਂ ਖਤਮ ਹੋਊਗਾ ਤੁਹਾਡੇ ਹਿਸਾਬ ਦੇ ਨਾਲ? ਜਦੋਂ ਫੈਡਰਲ ਢਾਂਚੇ ਦੀ ਸੋਚ ਅਪਣਾ ਲਾਂਗੇ। ਜਿਹੜਾ ਫਾਸ਼ੀਵਾਦ ਆ ਉਹ ਹਮੇਸ਼ਾ ਇੱਕ ਆਪਦਾ ਸੋਸ਼ਲ ਬੇਸ ਤਿਆਰ ਕਰਦਾ ਹੁੰਦਾ। ਫਾਸ਼ੀਵਾਦ ਐ ਨਹੀਂ ਹੁੰਦਾ ਵੀ ਜ਼ੁਲਮ ਤੇਜ਼ ਹੋ ਗਿਆ। ਫਾਸ਼ੀਵਾਦ ਉਹ ਹੁੰਦਾ ਜਦੋਂ ਸਮਾਜ ਦਾ ਇੱਕ ਵੱਡਾ ਹਿੱਸਾ ਸਰਕਾਰ ਦੇ ਜ਼ੁਲਮ ਨੂੰ ਹੁੰਗਾਰਾ ਦੇਣ ਲੱਗ ਜੇ, ਉਹਨੂੰ ਸਹੀ ਠਹਿਰਾਉਣ ਲੱਗ ਜੇ, ਆਪ ਉਹ 'ਚ ਭਾਗੀਦਾਰ ਹੋ ਜੇ। ਜੇ ਤੁਸੀਂ ਭਾਰਤ 'ਚ ਰਾਸ਼ਟਰਵਾਦ ਉਭਾਰਨਾ, ਜਿਹੜਾ ਇਹ ਹਿੰਦੂ ਰਾਸ਼ਟਰਵਾਦ ਉਭਾਰ ਰਹੇ ਨੇ, ਉਹਦੀ ਖਾਤਰ ਫਿਰ ਹਿੰਦੂ ਮਿਥਿਹਾਸ ਮੈਥੋਲੋਜੀ ਉਹ ਉਭਾਰਨੀ ਪਊ। ਇਹ ਉਹਨੂੰ ਉਭਾਰਦੇ ਨੇ। ਇਹ ਖਤਰਾ ਹਮੇਸ਼ਾ ਹੀ ਰਹੂ ਜਦੋਂ ਤੱਕ ਤੁਸੀਂ ਫੈਡਰਲ ਢਾਂਚੇ 'ਤੇ ਨਹੀਂ ਖੜ੍ਹਦੇ, ਜਦੋਂ ਤੱਕ ਤੁਸੀਂ ਡੈਮੋਕ੍ਰੇਸੀ 'ਤੇ ਨਹੀਂ ਆਉਂਦੇ। ਹਿੰਦੂ ਫਾਸ਼ੀਵਾਦ ਨੂੰ, ਹਿੰਦੂ ਰਾਸ਼ਟਰਵਾਦ ਨੂੰ ਭਾਰਤੀ ਰਾਸ਼ਟਰਵਾਦ ਦੇ ਆਧਾਰ ਤੇ ਟੱਕਰ ਨਹੀਂ ਦਿੱਤੀ ਜਾ ਸਕਦੀ, ਨਾ ਦਿੱਤੀ ਗਈ ਆ। ਕਾਂਗਰਸ ਦੇ ਨਹੀਂ ਸਕੀ, ਕਮਿਊਨਿਸਟ ਵੀ ਨਹੀਂ ਦੇ ਰਹੇ, ਕਿਉਂਕਿ ਉਹ ਵੀ ਫੈਡਰਲ ਢਾਂਚੇ ਤੋਂ ਮੁੱਖ ਮੋੜੀ ਬੈਠੇ ਨੇ, ਉਹ ਵੀ ਡੈਮੋਕ੍ਰੇਸੀ ਤੋਂ ਮੁੱਖ ਮੋੜੀ ਬੈਠੇ ਨੇ। ਸੋ ਇਸ ਕਰਕੇ ਜਦੋਂ ਤੱਕ ਤੁਸੀਂ ਲਾਈਨ ਨਹੀਂ ਬਦਲਦੇ ਪਾਰਟੀ ਦੀ ਇਹਦੀ, ਉਦੋਂ ਤੱਕ ਇਹ ਖਤਰੇ ਖੜੇ ਰਹਿਣਗੇ। ਹਾਲਾਤ ਇਦਾਂ ਹੀ ਰਹਿਣਗੇ। ਮਾਲੀ ਜੀ, ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨਾਲ ਕੋਈ ਗੱਲਬਾਤ ਹੋਈ? ਉਸ ਤੋਂ ਬਾਅਦ ਰਾਬਤਾ ਹੋਇਆ ਕੋਈ? ਇਹ ਜ਼ਰੂਰੀ ਹੈ ਜਵਾਬ ਦੇਣਾ, ਕਿਉਂ ਕੀ ਫਰਕ ਪੈ ਜੀ ਉਹਦੇ ਨਾਲ? ਮੈਂ ਕਿਹਾ ਵੀ ਕਿਉਂਕਿ ਤੁਸੀਂ ਕਹਿੰਦੇ ਨੇ ਕਿ ਸਲਾਹ ਲਗਾਤਾਰ ਇਹੀ ਗੱਲ ਆਵਾਜ਼ ਲਗਾਤਾਰ ਹੋ ਰਹੀ ਹੈ ਗੱਲਬਾਤ। ਜੇ ਤਾਂ ਇਹੀ ਗੱਲ ਚਲਾਉਣੀ ਹੈ, ਸੁਰਖੀ ਚਾਹੀਦੀ ਹੈ ਮੀਡੀਆ ਨੂੰ, ਫਿਰ ਤਾਂ ਮੈਂ ਕਹਿੰਦਾ ਨਾ ਰੋਜ਼ ਇਹ ਗੱਲਬਾਤ ਹੁੰਦੀ ਆ ਤੇ ਸੁਰਖੀ ਬਣ ਅਸਤੀਫਾ ਦੇਣਾ ਇੱਕ ਪਖੰਡ ਹੈ, ਬਾਤ ਆਪਸ ਵਿੱਚ ਫਿਰ ਚੱਲ ਰਹੀ ਹੈ। ਸੋ ਇਸ ਕਰਕੇ ਜਦੋਂ ਰੋਕ ਹੀ ਨਹੀਂ, ਕਿਸੇ ਨੇ ਕਿਹਾ ਵੀ ਮਾਲੀ ਨਾਲ ਸਿੱਧੂ ਗੱਲ ਨਾ ਕਰੇ, ਸਿੱਧੂ ਨੂੰ ਕਿਹਾ ਉਹਦੇ ਨਾਲ ਗੱਲ ਨਾ ਕਰੀ, ਮੇਰੇ ਕੋਲੇ ਨਾ ਆ, ਮੈਂ ਸਿੱਧੂ ਕੋਲੇ ਜਾਵਾਂ ਮੈਨੂੰ ਉਹ ਕੁੰਡਾ ਲਾ ਦੂੰ ਵੀ ਮੇਰੇ ਘਰੇ ਕਿਉਂ ਆਉਣਾ। ਉਹ ਇਸ਼ੂ ਹੀ ਨਹੀਂ ਸੀ ਅਸਲ 'ਚ, ਇਹ ਇਸ਼ੂ ਨਹੀਂ ਹੈ। ਮੈਂ ਕਹਿੰਦਾ ਹੁਣ ਤਾਂ ਮੈਨੂੰ ਆਜ਼ਾਦ ਕਰਤਾ ਇਹਨਾਂ ਨੇ। ਪਹਿਲਾਂ ਤਾਂ ਮੈਂ ਨਵਜੋਤ ਸਿੰਘ ਨੂੰ, ਸਿੱਧੂ ਨੂੰ ਸਲਾਹ ਦਿੰਦਾ, ਮੰਨ ਲਓ ਕੋਈ ਵੀ ਸਲਾਹ ਦਿੰਦਾ, ਉਹ ਸਲਾਹ ਨਾ ਮੰਨਦਾ ਉਹਦਾ ਹੱਕ ਆ। ਮੈਂ ਬਾਹਰ ਤਾਂ ਨਹੀਂ ਕਹਿ ਸਕਦਾ ਸੀ ਮੈਂ ਸਿੱਧੂ ਨੂੰ ਆਹ ਸਲਾਹ ਦਿੱਤੀ ਸੀ, ਦੇਖ ਲਓ ਬੰਨੀ ਨਾ, ਉਹਨੇ ਕਹਿਣਾ ਭਾਜੀ ਆਹ ਕੀ ਕਰਦੇ ਹੋ ਤੁਸੀਂ, ਫਿਰ ਗੱਲ ਕੀ ਬਣੀ ਜੇ ਤੁਸੀਂ ਮੈਨੂੰ ਇਹ ਭੰਡਣਾ। ਬਈ ਜੀ ਮੈਂ ਤਾਂ ਹੁਣ ਲੋਕਾਂ ਤੇ ਖੜ ਕੇ ਸਲਾਹ ਦਊਂ ਸਿੱਧੂ ਸਾਹਿਬ ਨੂੰ ਆਹ ਕਰਨਾ ਚਾਹੀਦਾ, ਆਹ ਕਰਨਾ ਚਾਹੀਦਾ। ਉਦੋਂ ਇਕੱਲਾ ਮਾਲੀ ਸੀ, ਹੋ ਸਕਦਾ 100 ਬੰਦਾ ਹੋਰ ਕਹੇ ਮਾਲੀ ਦੀ ਸਲਾਹ ਸਹੀ ਆ, ਤੈਨੂੰ ਮੰਨਣੀ ਚਾਹੀਦੀ ਹੈ। ਬਹੁਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਤੁਸੀਂ ਸਮੇਂ-ਸਮੇਂ ਦੇ ਵੱਖ-ਵੱਖ ਮੁੱਖ ਮੰਤਰੀਆਂ ਨੂੰ, ਵੱਖ-ਵੱਖ ਲੋਕਾਂ ਨੂੰ ਜਿਹੜੇ ਵੱਡੇ-ਵੱਡੇ ਅਹੁਦਿਆਂ ਤੇ ਰਹੇ ਆ, ਉਹਨਾਂ ਨੂੰ ਵੀ ਸਲਾਹਾਂ ਦਿੰਦੇ ਰਹੇ। ਮੈਨੂੰ ਲੱਗਦਾ ਉਹਨਾਂ ਦਾ ਕਿਸੇ ਨੂੰ ਪਤਾ ਨਹੀਂ ਹੋਣਾ। ਉਹਨਾਂ ਨੂੰ ਸਭ ਪਤਾ ਜੀ, ਜਿਹੜੇ ਲੜ ਰਹੇ ਨੇ ਉਹਨਾਂ ਨੂੰ ਸਭ ਪਤਾ, ਜਿਹੜੇ ਸੁਣ ਰਹੇ ਨੇ ਉਹ ਬਹੁਤ ਹਨੇਰੇ। ਵੈਸੇ ਸਾਡੇ ਦਰਸ਼ਕਾਂ ਨੂੰ ਨਹੀਂ ਪਤਾ, ਸ਼ਾਇਦ ਉਹਨਾਂ ਤੱਕ ਇਹ ਜੇ ਅੱਜ ਗੱਲ ਪਹੁੰਚ ਵੇ, ਕਿਹਨਾਂ ਨੂੰ ਸਲਾਹ ਦਿੰਦੇ ਰਹੇ ਤੁਸੀਂ? ਨਾ ਜੀ, ਜਦੋਂ ਮੈਂ ਮੁੱਖ ਮੰਤਰੀ ਨਾਲ ਆ, ਮੈਂ ਤਾਂ ਸਲਾਹ ਮੀਡੀਆ ਸਲਾਹਕਾਰ ਨੂੰ ਹੀ ਦੇਣੀ ਆ, ਮੈਂ ਸਿੱਧਾ ਮੁੱਖ ਮੰਤਰੀ ਨੂੰ ਤਾਂ ਨਹੀਂ ਮਿਲ ਸਕਦਾ। ਇੱਕ ਵਾਰ ਅਮਰਿੰਦਰ ਨੂੰ ਮੈਂ ਸਿੱਧੀ ਸਲਾਹ ਵੀ ਦਿੱਤੀ ਆ, ਬੜਾ ਕਸੂਤਾ ਪੇਚ ਫਸਿਆ ਹੋਇਆ ਸੀ ਜਦੋਂ ਜਨਰਲ ਦਿਆਲ ਨੂੰ ਸਨਮਾਨਿਤ ਕੀਤਾ। ਭਰਤਿੰਦਰ ਚਾਲ ਉਦੋਂ ਮੈਨੂੰ ਕਹਿੰਦਾ ਤੈਨੂੰ ਜਾਣਾ ਪਊ, ਉਦੋਂ ਮੈਂ ਗਿਆ, ਉਦੋਂ 1 to 1 ਵੀ ਮੈਂ ਸਲਾਹ ਦਿੱਤੀ ਆ। ਦੂਜੀ ਆ ਦੇਖੋ, ਉਹ ਮੇਰੀਆਂ ਕਈ ਸਲਾਹਾਂ ਗਲਤ ਵੀ ਹੋ ਸਕਦੀਆਂ, ਰਿਜੈਕਟ ਵੀ ਕੀਤੀਆਂ ਹੋ ਸਕਦੀਆਂ। ਮੈਂ ਕਹਿੰਦਾ ਬੈਂਸ ਸਾਹਿਬ ਬੈਠੇ ਨੇ, ਭਰਤਿੰਦਰ ਚਾਹਲ ਬੈਠਾ, ਅੱਜ ਉਹ ਕਹਿਣ ਵੀ ਇਹ ਇੱਥੇ ਹੁੰਦਾ ਹੋਇਆ ਵੀ ਇਹਨੇ ਵਫਾ ਨਹੀਂ ਪਾਲੀ, ਇਹ ਗਲਤ ਕਰਦਾ ਰਿਹਾ। ਇਹ ਹਾਂ, ਇੱਕ ਅਧਿਆਪਕ ਹੋਣ ਦੇ ਨਾਤੇ ਮੇਰੇ ਸਿੱਖਿਆ ਵਿਭਾਗ ਪ੍ਰਤੀ ਫਰਜ਼ ਤੇ ਹੱਕ ਸੀ, ਉਹਦੇ ਨਾਲ ਮੈਂ ਆਪਦੇ ਹੱਕ ਪ੍ਰਗਟ ਕੀਤੇ। ਤੇ ਮੇਰੀ ਲੜਾਈ ਪਹਿਲਾਂ ਸੇਖਵਾਂ ਨਾਲ ਪਈ, ਉਹਨੇ ਸਾਰੇ ਹੁਕਮ ਵਾਪਸ ਲਏ। ਫਿਰ ਮਲੂਕੇ ਨਾਲ ਪਈ, ਉਹਨੇ ਵੱਡੇ ਹਮਲੇ ਕੀਤੇ, ਮੇਰੇ ਤੇ ਵੀ ਹਮਲਾ ਹੋਇਆ। ਡੇਰਾ ਬਾਬਾ ਪਹਿਲਾਂ ਹੁਸ਼ਿਆਰਪੁਰ ਬਦਲਿਆ, ਫਿਰ ਗਰਦਲੇ ਬਦਲਿਆ, ਡੇਰਾ ਬਾਬਾ ਨਾਨਕ ਬਾਰਡਰ ਦੇ ਆਖਰੀ ਪਿੰਡ ਤੇ ਬਦਲਿਆ। ਮੈਂ ਜੁਆਇਨ ਨਹੀਂ ਕੀਤਾ, ਉਹ ਬਦਲਿਆ ਗਿਆ, ਮੁੜ ਕੇ ਸਾਰੇ ਹੁਕਮ ਵਾਪਸ ਹੋਏ ਤੇ ਮੈਂ ਜੁਆਇਨ ਕੀਤਾ ਰਿਟਾਇਰਮੈਂਟ ਲਈ। ਸੋ ਇਸ ਕਰਕੇ ਆਪਾਂ ਜ਼ਿੰਮੇਵਾਰੀ ਨਾਲ ਕੰਮ ਕਿ ਜਦੋਂ ਤੁਹਾਡੇ ਤੋਂ ਸਮੇਤੀਆਂ ਹਕੂਮਤਾਂ ਨੇ ਪੰਜਾਬ ਦੇ ਭਲੇ ਲਈ ਕੋਈ ਵੀ ਸਲਾਹ ਲਈ, ਭਾਵੇਂ ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਹੋਵੇ, ਤਾਂ ਤੁਸੀਂ ਸਲਾਹ ਦਿੰਦੇ ਰਹੇ? ਸਲਾਹ ਦਿੰਦੇ ਰਹੇ, ਸਲਾਹਾਂ ਹੁਣ ਵੀ ਦੇਵਾਂਗੇ। ਅਸਲ ਸਮੱਸਿਆ ਪਤਾ ਕੀ ਹੈ ਜੀ, ਅਸੀਂ ਉਹਦੇ ਸਲਾਹ ਲਊ ਸਲਾਹਕਾਰ ਸੀ, ਜੇ ਇਹਨੂੰ ਪੰਜਾਬੀ 'ਚ ਕਹਿਣਾ ਹੋਵੇ, ਇਦੋਂ ਬਾਅਦ ਕੁਛ ਨਹੀਂ ਸੀ। ਹੁਣ ਇਹਨਾਂ ਦੇ ਸਲਾਹਕਾਰਾਂ ਵਰਗੇ ਥੋੜ੍ਹੇ ਸੀ ਅਸੀਂ, ਨਾ ਵੀ ਸਾਜ਼ਿਸ਼ਾਂ ਰਚਾਂਗੇ, ਐਂ ਕਰਨਾ, ਫਲਾਣੇ ਦੇ ਖਿਲਾਫ ਖਬਰ ਲਵਾਉਣੀ ਆ, ਸਾਡਾ ਤਾਂ ਕੰਮ ਹੀ ਨਹੀਂ ਸੀ। ਉਹ ਮੰਗੂ ਸਲਾਹ ਦੇ ਦਾਂਗੇ, ਜੀ ਕਰੂ ਆਪ ਵੀ ਦੇ ਦਾਂਗੇ। ਸੋ ਇਸ ਕਰਕੇ ਇਹਨੂੰ ਬਾਤ ਦਾ ਬਤੰਗੜੇ ਬਣਾਇਆ ਗਿਆ। ਤੇ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਪੱਕਾ ਪਤਾ। ਮੈਨੂੰ ਇਹ ਲੱਗਦਾ, ਮੈਂ ਕੋਈ ਐਡੀ ਵੱਡੀ ਸ਼ਕਤੀ ਨਹੀਂ, ਮੈਂ ਤੁਹਾਨੂੰ ਦੱਸਾਂ, ਪਰ ਉਹਨਾਂ ਨੂੰ ਇਹ ਲੱਗਦਾ ਮਾਲੀ ਤੇ ਪਿਆਰਾ ਲਾਲ ਜਿਹੜੇ ਦੋ ਵਿਚਾਰ ਪ੍ਰਗਟ ਕਰ ਰਹੇ ਨੇ ਪੰਜਾਬ ਬਾਰੇ, ਮੁੱਦਿਆਂ ਬਾਰੇ, ਜੋ ਹੱਲ ਦੱਸ ਰਹੇ ਨੇ,
ਇਹ ਜੇ ਇਹਦੇ ਨਾਲ ਰਲੇ, ਇਹਦਾ ਮਤਲਬ ਇਹਦੇ ਏਜੰਡੇ ਨੂੰ ਸ਼ਕਤੀ ਮਿਲੂ। ਉਹਨਾਂ ਨੇ ਜ਼ੋਰ ਲਾਤਾ ਇਹਨਾਂ ਨੂੰ ਅੱਡ ਕਰਾਓ। ਤਕਨੀਕੀ ਤੌਰ ਤੇ ਅੱਡ ਕਹੋਗੇ, ਕੀ ਅੱਡ ਹੋ ਗਿਆ? ਦੋ ਜਣੇ ਬੜੇ ਰੜਕੇ, ਉਹਨਾਂ ਨੂੰ ਪਿਆਰਾ ਲਾਲ ਗਰਗ ਤੇ ਮਾਲਵਿੰਦਰ ਮਾਲੀ, ਬਾਕੀ ਦੋ ਉਹਨਾਂ ਤੇ ਬਾਰੇ ਇੰਨੀ ਚਰਚਾ ਨਹੀਂ ਛੜੀ। ਮੈਂ ਕਹਿੰਦਾ ਜੀ ਚਲੋ ਮਾਲੀ ਬਾਰੇ ਤਾਂ ਪਿਛੋਕੜ ਬਾਰੇ ਕਹਿ ਸਕਦੇ ਆ, ਮੈਂ ਕਾਂਗਰਸ ਨਾਲ ਵੀ ਲੜਦਾ ਰਿਹਾ, ਅਕਾਲੀ ਸਰਕਾਰਾਂ ਨਾਲ ਵੀ ਲੜਦਾ ਰਿਹਾ। ਮੈਂ ਤਾਂ ਸਕੂਲਾਂ 'ਚ ਕੰਮ ਕੀਤਾ ਨਾ ਜੀ, ਭੱਟੀਵਾਲ ਕਾ ਮੇਰਾ ਪਹਿਲੀ ਉਹ ਸੀ ਜੁਆਇਨਿੰਗ, ਉਸ ਤੋਂ ਬਾਅਦ ਫਤਿਹਗੜ੍ਹ ਭਾਸੋਂ ਮੇਰੇ ਨਾਲ ਸੀ ਜੁਆਇਨਿੰਗ, ਉਸ ਤੋਂ ਬਾਅਦ ਮੈਂ ਇੱਥੇ ਕੰਮ ਕੀਤਾ, ਫਿਰ ਮੈਂ ਗਰਦਲੇ ਗਿਆ, ਗਰਦਲੇ ਤੋਂ ਬਾਅਦ ਚਤਾਂਵਲੇ ਮੈਂ ਕੀਤਾ। ਤੁਸੀਂ ਉੱਥੇ ਜਾ ਕੇ ਅੱਜ ਪੁੱਛ ਲਓ ਮਾਲੀ ਨੇ ਆ ਕੇ ਇੱਕ ਸੰਸਥਾ 'ਚ ਕੀ ਤਬਦੀਲੀਆਂ ਲਿਆਤੀਆਂ, ਕੀ ਫਰਲੋ ਮਾਰੀ, ਕੀ ਪੜਾਇਆ, ਮੇਰੇ ਰਿਜ਼ਲਟ ਕੀ ਮੇਰੇ। ਗਰਗ ਸਾਹਿਬ ਨੇ ਤਾਂ ਸੰਸਥਾਵਾਂ ਚਲਾਈਆਂ ਨੇ ਨਾ ਜੀ, ਉਹ ਤਾਂ ਰਜਿਸਟਰ ਰਹੇ ਨੇ ਉਹਨਾਂ ਦੇ, ਉਹ ਤਾਂ ਸਰਕਾਰ ਦੀਆਂ ਵੱਡੀਆਂ ਸਲਾਹਕਾਰ ਕਮੇਟੀਆਂ ਦੇ ਰਹੇ ਨੇ, ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ। ਇਸ ਕਰਕੇ ਠੀਕ ਆ, ਹੁਣ ਪਾਰਟੀ ਦਾ ਸਲਾਹਕਾਰ ਜੇ ਤਾਂ ਉਹਦਾ ਖਾਤਰ ਸਰਕਾਰ ਖਾਤਰ ਮੈਂ ਜੀ, ਲੋਕ ਤਾਂ ਜੁੱਤੀਆਂ ਘਸਾ ਲੈਂਦੇ ਨੇ, ਪਤਾ ਲੱਗਿਆ ਵੀ ਸਿੱਧੂ ਬਣੂ, ਉਹ ਪਿੱਛੇ ਪੋਸਟ ਪਾਉਂਦੇ ਨੇ, ਭਾਜੀ ਮੈਂ ਤੁਹਾਡੇ ਹੱਕ 'ਚ ਆਹ ਪੋਸਟ ਪਾਈ ਆ, ਖਬਰ ਲਾਉਂਦੇ ਨੇ, ਭਾਜੀ ਮੈਂ ਤੁਹਾਡੇ ਹੱਕ 'ਚ ਆਹ ਖਬਰ ਲਾਈ ਆ, ਤੇ ਮੇਰੇ ਤਾਂ ਸੰਪਰਕ ਹੀ ਨਹੀਂ ਸੀ ਕਦੇ ਉਹਦੇ ਨਾਲ। ਸੋ ਵੱਖਰੀ ਗੱਲ ਆ। ਹੋ ਸਕਦਾ ਉਹਨਾਂ ਨੂੰ ਇਹ ਵੀ ਖਤਰਾ ਲੱਗਿਆ ਹੋਵੇ ਵੀ ਇਹ ਜੇ ਦੋ ਬੰਦੇ ਉਹਦੇ ਸਲਾਹਕਾਰ ਰਹੇ ਤਾਂ ਸਾਡਾ ਨੁਕਸਾਨ ਹੋਊਗਾ। ਪਰ ਮੈਨੂੰ ਇੱਕ ਗੱਲ, ਮੰਨ ਲਓ ਤਕਨੀਕੀ ਤੌਰ ਤੇ ਅਸੀਂ ਪਰਾਂ ਹੋ ਗਏ, ਬਾਕੀ ਗੱਲ ਤੇ ਤਾਂ ਰੋਕ ਹੀ ਨਹੀਂ ਕੋਈ, ਕੀ ਫਰਕ ਪੈ ਜੂਗਾ। ਬਹੁਤ ਸ਼ੁਕਰੀਆ। ਸੋ ਇਹ ਸਨ ਮਾਲਵਿੰਦਰ ਸਿੰਘ ਮਾਲੀ। ਅੱਜ ਤਮਾਮ ਮਸਲੇ ਤੇ ਚਰਚਾ ਕੀਤੀ ਵੀ ਕਿਉਂ, ਕਾਰਨ ਕੀ ਰਹੇ ਅਹੁਦਾ ਛੱਡਣ ਦੇ, ਤੇ ਨਾਲ ਦੀ ਨਾਲ ਕੀ ਸਲਾਹ ਹੁਣ ਵੀ ਦਿੰਦੇ ਰਹਿਣਗੇ। ਤਾਂ ਬੜੀ ਬੇਬਾਕੀ ਦੇ ਨਾਲ ਤਮਾਮ ਮਸਲੇ ਤੇ ਚਰਚਾ ਕੀਤੀ ਹੈ, ਕਿਸ ਤਰੀਕੇ ਦੇ ਹਾਲਾਤ ਬਣੇ, ਕਿਸ ਤਰੀਕੇ ਨਾਲ ਇਹਨਾਂ ਦੇ ਉੱਪਰ ਹੀ ਟਿੱਪਣੀਆਂ ਕਿਉਂ ਹੋਈਆਂ, ਕਿਸ ਤਰੀਕੇ ਨਾਲ ਪਿਆਰਾ ਲਾਲ ਗਰਗ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ। ਤਾਂ ਤਮਾਮ ਮਸਲੇ ਤੇ ਚਰਚਾ ਕੀਤੀ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਸਹਿਯੋਗੀ ਸੁਖਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਮੋਹਾਲੀ।